ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਏ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਨਾਲ ਅਸੀਂ ਰੋਜ਼ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹਾਂ। ਹਰ ਸ਼ਨੀਚਰਵਾਰ ਕਿਸੇ ਨਾ ਕਿਸੇ ਵਿਸ਼ੇਸ਼ ਸਬਜੈਕਟ ਦੇ ਉੱਤੇ ਜਾਂ ਸਲਾਈਡ ਪ੍ਰੈਜੈਂਟੇਸ਼ਨ ਜਾਂ ਇਤਿਹਾਸ ਦੇ ਵਿਸ਼ੇ ਜਿਹੜੇ ਹਨ ਆਪ ਜੀ ਦੇ ਨਾਲ ਸਾਂਝੇ ਕਰੀਦੇ ਹਨ। ਅੱਜ ਸਾਡਾ ਵਿਸ਼ਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੇ ਸ਼ਹਾਦਤ ਨਾਲ ਸੰਬੰਧਿਤ ਹੈ, ਕਿਉਂਕਿ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਜੋ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਤਕਰੀਬਨ 15 ਜਾਂ 14 ਜਾਂ 16 ਜੂਨ ਨੂੰ ਹੁੰਦਾ ਹੈ। ਉਸ ਲੜੀ ਨੂੰ ਪਹਿਲਾਂ ਹੀ ਇਹ ਵਿਚਾਰਨ ਦੇ ਲਈ ਅਗਲੇ ਵੀਕ ਅਗਲੇ ਹਫ਼ਤੇ ਅਸੀਂ ਘੱਲੂਘਾਰਾ ਜੋ ਦਰਬਾਰ ਸਾਹਿਬ ਦੇ ਉੱਤੇ ਹੋਇਆ ਉਹਦੇ ਬਾਰੇ ਵਿਚਾਰਾਂ ਕਰਨੀਆਂ ਹਨ। ਇਸ ਵਾਸਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਤੇ ਉਹਨਾਂ ਦੀ ਸਿੱਖਿਆ, ਉਹਨਾਂ ਦੇ ਸ਼ਹਾਦਤ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਵੀਰ ਪਰਵਿੰਦਰ ਸਿੰਘ ਜੀ, ਜੋ ਅੱਜ ਕੱਲ੍ਹ ਲੁਧਿਆਣੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਆਪਣਾ ਵਿਸ਼ਾ ਸ਼ੁਰੂ ਕਰਨ। ਸਰ ਪਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਆਓ ਪਿਆਰ ਨਾਲ ਕਰੀਏਗਾ। ਅੱਜ ਕੇ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਵਿਸ਼ਾ ਦਾਸ ਨੂੰ ਪ੍ਰਾਪਤ ਹੋਇਆ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੀਵਨ ਅਤੇ ਸ਼ਹਾਦਤ, ਇਸ ਸੰਬੰਧ ਵਿੱਚ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ। ਯਤਨ ਕਰਾਂਗਾ ਸਤਿਗੁਰ ਰਹਿਮਤ ਕਰਨ ਆਪ ਜੀ ਨਾਲ ਵਿਚਾਰ ਸਾਂਝੀ ਹੋ ਸਕੇ। ਕਾਬੁਲ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਗੱਦੀ ਦੇ ਉੱਪਰ ਨੌਜਵਾਨ ਗੁਰੂ ਬੈਠੇ ਹਨ। ਮਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਹੈ। ਵੈਸੇ ਤਾਂ ਉਹ ਸਿੱਖ ਹੀ ਨਹੀਂ ਹੈ ਜਿਸ ਦੇ ਅੰਦਰ ਗੁਰੂ ਦੇ ਦਰਸ਼ਨਾਂ ਦੀ ਤਾਂਘ ਪੈਦਾ ਨਾ ਹੋ। ਗੁਰੂ ਤੇ ਸਿੱਖ ਦਾ ਰਿਸ਼ਤਾ ਬਹੁਤ ਨੇੜੇ ਦਾ ਰਿਸ਼ਤਾ ਹੁੰਦਾ। ਸਿੱਖ ਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝਦਾ ਤੇ ਗੁਰਦੇਵ ਪਿਤਾ ਸਿੱਖ ਨੂੰ ਆਪਣੀ ਸਿੱਖ ਦੀ ਬਾਂਹ ਪਕੜ ਕੇ ਸਿੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਸਿੱਖ ਸੰਗਤਾਂ ਦੇ ਵਿੱਚ ਜਜ਼ਬਾ ਪੈਦਾ ਹੋਇਆ ਕਿ ਗੁਰਦੇਵ ਪਿਤਾ ਦੇ ਦੀਦਾਰ ਕੀਤੇ ਜਾਣ। ਉਸ ਸਮੇਂ ਕੋਈ ਸਾਧਨ ਨਹੀਂ ਹਨ, ਕੋਈ ਰੇਲ ਗੱਡੀਆਂ, ਕੋਈ ਬੱਸਾਂ, ਕੋਈ ਕਾਰਾਂ, ਮੋਟਰਸਾਈਕਲਾਂ ਨਹੀਂ ਹਨ। ਲੋਕੀ ਕਾਫਲੇ ਬਣਾਉਂਦੇ ਸਨ ਤੇ ਕਾਫਲੇ ਬਣਾ ਕੇ ਆਪਣੀ ਮੰਜ਼ਿਲੇ ਮਕਸੂਦ ਵੱਲ ਤੁਰ ਪੈਂਦੇ ਸਨ। ਇਸੇ ਤਰ੍ਹਾਂ ਸਿੱਖਾਂ ਨੇ ਇਕੱਠ ਕੀਤਾ, ਕਾਫਲਾ ਬਣਾਇਆ ਤੇ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਕਾਬੁਲ ਤੋਂ ਚੱਲੇ ਨੇ ਗੁਰੂ ਕੇ ਚੱਕ, ਜਿੱਥੇ ਅੱਜ ਦਰਬਾਰ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਅੰਮ੍ਰਿਤਸਰ ਸ਼ਹਿਰ ਕਹਿੰਦੇ ਹਾਂ, ਉੱਥੇ ਆਉਣ ਵਾਸਤੇ ਤਕਰੀਬਨ 1 ਮਹੀਨੇ ਦਾ ਸਮਾਂ ਜਿਹੜਾ ਉਹ ਗੁਰੂ ਕੇ ਚੱਕ ਪਹੁੰਚਣ ਦੇ ਵਿੱਚ ਲੱਗਿਆ। ਰਾਤ ਦੇਰ ਹੋਈ ਹੈ, ਕਾਫਲਾ ਦੇਰੀ ਨਾਲ ਪੁੱਜਾ। ਜਿੱਥੇ ਅੱਜ ਗੁਰਦੁਆਰਾ ਪਿਪਲੀ ਸਾਹਿਬ ਹੈ, ਉੱਥੇ ਆ ਕੇ ਸੰਗਤਾਂ ਨੇ ਵਿਸ਼ਰਾਮ ਕੀਤਾ, ਥਕੇ ਹੋਏ ਹਨ। ਰਾਤ ਦਾ ਸਮਾਂ ਹੈ। ਕੀ ਤੱਕਦੇ ਹਨ, ਇੱਕ ਨੌਜਵਾਨ ਆਪਣੀ ਪਤਨੀ ਦੇ ਨਾਲ, ਧਰਮ ਪਤਨੀ ਦੇ ਨਾਲ, ਸਿਰ ਦੇ ਉੱਪਰ ਪ੍ਰਸ਼ਾਦਿਆਂ ਦਾ ਟੋਕਰਾ ਚੁੱਕਿਆ ਹੋਇਆ ਉਹਨਾਂ ਵੱਲ ਤੁਰਿਆ ਆਉਂਦਾ ਤੇ ਆ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਤੇ ਜਿਹੜੇ ਬਜ਼ੁਰਗ ਹਨ ਉਹਨਾਂ ਦੀ ਮੁੱਠੀ ਚਾਪੀ ਕਰਦਾ ਤੇ ਉਸ ਤੋਂ ਬਾਅਦ ਵਾਪਸ ਚਲਾ ਜਾਂਦਾ। ਇੱਧਰ ਸਵੇਰ ਹੁੰਦੀ ਹੈ, ਸੰਗਤਾਂ ਕਾਹਲੀ ਵਿੱਚ ਉੱਠਦੀਆਂ ਨੇ ਤੇ ਸਾਰੇ ਤਿਆਰ ਹੋ ਕੇ ਗੁਰੂ ਕੇ ਚੱਕ ਪੁੱਜਦੇ ਨੇ ਤੇ ਜਾ ਕੇ ਸਾਰਿਆਂ ਨੂੰ ਇਸ ਚੀਜ਼ ਦੀ ਕਾਹਲੀ ਹੈ, ਪਹਿਲਾਂ ਮੈਂ ਗੁਰੂ ਦੇ ਦੀਦਾਰ ਕਰਨੇ ਨੇ। ਕੋਈ ਕਹਿੰਦਾ ਪਹਿਲਾਂ ਮੈਂ ਗੁਰੂ ਦੇ ਦਰਸ਼ਨ ਕਰਨੇ ਨੇ ਤੇ ਜੋੜੇ ਉਤਾਰੇ। ਜੋੜਿਆਂ ਦੀ ਰਾਖੀ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਹੈ। ਉਹੀ ਰਾਤ ਵਾਲਾ ਨੌਜਵਾਨ ਉਹਨਾਂ ਕੋਲ ਆਉਂਦਾ, ਆ ਕੇ ਬੇਨਤੀ ਕਰਦਾ, ਕਹਿੰਦਾ ਜੋੜਿਆਂ ਦੀ ਰਾਖੀ ਮੈਂ ਕਰਦਾ ਹਾਂ, ਤੁਸੀਂ ਜਾ ਕੇ ਗੁਰੂ ਪਾਤਸ਼ਾਹ ਦੇ ਦੀਦਾਰ ਕਰ ਆਓ। ਨੌਜਵਾਨ ਜੋੜਿਆਂ ਦੀ ਰਾਖੀ ਕਰ ਰਿਹਾ, ਜੋੜਿਆਂ ਨੂੰ ਝਾੜ ਲਿਆ ਤੇ ਜਿੱਥੇ ਅੱਜ ਬੇਰੀ ਸਾਹਿਬ ਹੈ ਉੱਥੇ ਸਾਰੀਆਂ ਸੰਗਤਾਂ ਆਉਂਦੀਆਂ ਨੇ। ਬਾਬਾ ਬੁੱਢਾ ਜੀ ਵਿਰਾਜਮਾਨ ਨੇ,
ਦੀਵਾਨ ਉੱਥੇ ਲੱਗਿਆ ਕਰਦਾ ਸੀ, ਕਿਉਂਕਿ ਉਸ ਸਮੇਂ ਦਰਬਾਰ ਸਾਹਿਬ ਦੀ ਇਮਾਰਤ ਨਹੀਂ ਬਣੀ ਸੀ। ਬਾਬਾ ਬੁੱਢਾ ਜੀ ਵਿਰਾਜਮਾਨ ਨੇ ਤੇ ਬਾਬਾ ਬੁੱਢਾ ਜੀ ਨੂੰ ਸੰਗਤਾਂ ਪੁੱਛਦੀਆਂ ਨੇ, ਗੁਰੂ ਸਾਹਿਬ ਕਿੱਥੇ ਨੇ? ਅਸੀਂ ਗੁਰੂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਏ ਹਾਂ। ਬਾਬਾ ਬੁੱਢਾ ਜੀ ਕਹਿਣ ਲੱਗੇ, ਗੁਰੂ ਸਾਹਿਬ ਹੁਣੀ ਇੱਥੋਂ ਲੰਘ ਕੇ ਗਏ ਨੇ, ਤੁਸੀਂ ਕੁਝ ਸਮਾਂ ਬੈਠੋ, ਗੁਰੂ ਸਾਹਿਬ ਵਾਪਸ ਆਉਂਦੇ ਨੇ, ਫਿਰ ਤੁਸੀਂ ਦਰਸ਼ਨ ਕਰ ਲੈਣਾ। ਸਮਾਂ ਬਿਤਿਆ ਥੋੜੀ ਦੇਰ ਦਾ, ਸੰਗਤਾਂ ਫਿਰ ਵਿਆਕੁਲ ਹੋਈਆਂ, ਵਿਰਾਗ ਵਿੱਚ ਆਈਆਂ, ਕਹਿਣ ਲੱਗੀਆਂ, ਬਾਬਾ ਜੀ ਅਸੀਂ ਗੁਰੂ ਸਾਹਿਬ ਦੇ ਦੀਦਾਰ ਕਰਨੇ ਨੇ, ਸਾਨੂੰ ਦੱਸੋ ਗੁਰੂ ਪਾਤਸ਼ਾਹ ਕਿੱਥੇ ਨੇ? ਬਾਬਾ ਬੁੱਢਾ ਜੀ ਉਸ ਸਥਾਨ ਤੇ ਉੱਠੇ, ਕਹਿੰਦੇ ਆਓ ਫਿਰ ਉਧਰ ਚੱਲਨੇ ਆ ਜਿਸ ਪਾਸੇ ਗੁਰੂ ਪਾਤਸ਼ਾਹ ਗਏ ਨੇ। ਉਸ ਸਥਾਨ ਦੇ ਉੱਪਰ ਆਏ ਜਿਸ ਸਥਾਨ ਤੇ ਸੰਗਤਾਂ ਨੇ ਜੋੜੇ ਉਤਾਰੇ ਸਨ, ਤੇ ਗੁਰੂ ਸਾਹਿਬ ਜੋੜਿਆਂ ਦੀ ਦੇਖਭਾਲ ਕਰ ਰਹੇ ਸਨ, ਤੇ ਸੰਗਤਾਂ ਨੂੰ ਬਾਬਾ ਬੁੱਢਾ ਜੀ ਕਹਿਣ ਲੱਗੇ, ਆਹੀ ਗੁਰੂ ਅਰਜਨ ਦੇਵ ਮਹਾਰਾਜ ਹਨ, ਤੁਸੀਂ ਇਹਨਾਂ ਦੇ ਦੀਦਾਰ ਕਰ ਸਕਦੇ ਹੋ, ਦਰਸ਼ਨ ਕਰ ਸਕਦੇ ਹੋ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਬਾਰੇ ਆਪਾਂ ਵਿਚਾਰ ਕਰਨ ਜਾ ਰਹੇ ਹਾਂ, ਗੁਰਪ੍ਰਤਾਪ ਸੂਰਜ ਦੇ ਵਿੱਚ ਵੀ ਬੜਾ ਸ਼ਾਨਦਾਰ ਲਿਖਿਆ ਹੈ। ਕਹਿੰਦੇ ਅਰਜ ਨਾ ਜਾਣਿਓ ਜਾਏ, ਕਿਥੋਂ ਹੈ ਬਿਥਾਰ ਤੇਰੋ, ਐਸੋ ਰੂਪ ਧਾਰ ਆਏ ਰਾਜਾ ਗੁਰੂ ਅਰਜਨ। ਗੁਰੂ ਅਰਜਨ ਦੇਵ ਮਹਾਰਾਜ, ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਤੇਰੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤੂੰ ਕਿੰਨਾ ਵਿਸ਼ਾਲ ਹੈ, ਤੇਰਾ ਹਿਰਦਾ ਕਿੰਨਾ ਵਿਸ਼ਾਲ ਹੈ। ਗੁਰੂ ਪਾਤਸ਼ਾਹ ਦਾ, ਐਸੇ ਮਹਾਨ ਸਤਿਗੁਰ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਬਿੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ। ਤੇ ਭੱਟ ਕਲਸਹਾਰ ਜੀ ਨੇ ਇਹ ਗੱਲ ਗੁਰੂ ਅਰਜਨ ਪਾਤਸ਼ਾਹ ਦੀ ਉਪਮਾ ਦੇ ਵਿੱਚ ਬਿਆਨ ਕਰ ਦਿੱਤੀ। ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ, ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ, ਕਲ ਜੋੜ ਕਰ ਸੁਜਸ ਬਖਾਨਿਓ। ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜਨਮ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ ਹੈ। ਕਲ ਜੋੜ ਕਰ, ਤੇ ਇਹ ਕਵੀ ਕਲਸਹਾਰ ਜੋੜ ਕਰ, ਦੋਨੋਂ ਹੱਥ ਜੋੜ ਕੇ ਤੁਹਾਡੇ ਗੁਣ ਗਾਇਨ ਕਰਦਾ, ਤੁਹਾਡੇ ਗੁਣ ਬਿਆਨ ਕਰਦਾ। 1553 ਦੇ ਵਿੱਚ ਬੀਬੀ ਭਾਨੀ ਦਾ ਅਨੰਦ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਹੁੰਦਾ। 1558 ਦੇ ਵਿੱਚ ਪ੍ਰਿਥੀ ਚੰਦ ਦਾ ਜਨਮ ਹੁੰਦਾ। 1560 ਦੇ ਵਿੱਚ ਮਹਾਦੇਵ ਦੂਜੇ ਪੁੱਤਰ ਦਾ ਜਨਮ ਹੁੰਦਾ, ਤੇ 1563 ਈਸਵੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪ੍ਰਕਾਸ਼ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ। ਇਹ ਗੱਲ ਇੱਥੇ ਧਿਆਨ ਰੱਖਣ ਯੋਗ ਹੈ, ਪਹਿਲੇ ਜਿਹੜੇ ਗੁਰੂ ਸਾਹਿਬਾਨ ਸਨ ਉਹ ਗੁਰੂ ਸ਼ਰਨ ਵਿੱਚ ਆਏ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜਨਮ ਤੋਂ ਹੀ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਦਾ ਨਿਗਮ ਮੰਨਿਆ। 11.5 ਸਾਲ ਦਾ ਸਮਾਂ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਬਿਤਾਇਆ। 7 ਸਾਲ ਦਾ ਸਮਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਬਿਤਾਇਆ। ਜਨਮ ਤੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਹੈ। ਸੇਵਾ ਸਿਮਰਨ ਨਾਮ ਅਭਿਆਸ ਦੀ ਜੁਗਤੀ ਜਿਹੜੀ ਹੈ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਸਿੱਖੀ ਹੈ। ਇਹ ਵੀ ਗੱਲ ਇੱਥੇ ਇੱਕ ਵਿਸ਼ੇਸ਼ ਧਿਆਨ ਮੰਗਦੀ ਹੈ। ਪਹਿਲੇ 3 ਗੁਰੂ ਸਾਹਿਬਾਨ ਜਨਮ ਤੋਂ ਗੁਰੂ ਨਹੀਂ ਬਣੇ, ਪਰ ਗੁਰੂ ਨਾਨਕ ਪਾਤਸ਼ਾਹ ਕੇਵਲ ਜਿਹੜੇ ਪਹਿਲੇ ਗੁਰੂ ਸਨ, ਆਪ ਤੁਰਤ ਗੱਦੀ ਗੁਰੂ ਨਾਨਕ ਪਾਤਸ਼ਾਹ ਤੁਰੋਂ ਗੱਦੀ ਲੈ ਕੇ ਆਏ ਸਨ। ਭਾਈ ਲਹਿਣਾ 17 ਸਾਲ ਵੈਸ਼ਨੋ ਦੇਵੀ ਦੀਆਂ ਯਾਤਰਾਵਾਂ ਕਰਦੇ ਰਹੇ, ਹਿੰਦੂ ਤੀਰਥਾਂ ਵੱਲ ਭਟਕਦੇ ਰਹੇ। ਉਸ ਤੋਂ ਬਾਅਦ ਗੁਰੂ ਸ਼ਰਨ ਵਿੱਚ ਆਏ। ਗੁਰੂ ਅਮਰਦਾਸ ਪਾਤਸ਼ਾਹ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਹਨ, ਤੇ 7 ਸਾਲ ਦੀ ਉਮਰ ਦੇ ਵਿੱਚ ਭਾਈ ਜੇਠਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਦਾ, ਤੇ ਉਸ ਤੋਂ ਬਾਅਦ ਸੇਵਾ ਕਾਲ ਕਮਾਈ ਕਰਦੇ ਹਨ ਤਾਂ ਗੁਰੂ ਰਾਮਦਾਸ ਪਾਤਸ਼ਾਹ ਬਣਦੇ ਹਨ। ਪਰ ਗੁਰੂ ਅਰਜਨ ਦੇਵ ਮਹਾਰਾਜ ਐਸੇ ਸਨ ਜਿਨ੍ਹਾਂ ਨੂੰ ਬਚਪਨ ਤੋਂ ਹੀ, ਜਨਮ ਤੋਂ ਹੀ ਨਾਨਾ ਗੁਰੂ ਅਮਰਦਾਸ ਅਤੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਗੋਦੀ ਦਾ ਨਿੱਘ ਪ੍ਰਾਪਤ ਹੋਇਆ। ਗੁਰੂ ਅਰਜਨ ਪਾਤਸ਼ਾਹ ਦੀ ਧਾਰਮਿਕ ਵਿਦਿਆ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਹੋਈ, ਅਤੇ ਸ਼ਸਤਰ ਵਿਦਿਆ, ਘੋੜਸਵਾਰੀ,
ਨੇਜੇ ਚਲਾਉਣ ਦੀ ਵਿਦਿਆ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਉਹ ਦਿੱਤੀ ਹੈ। ਬਚਪਨ ਦਾ ਸਮਾਂ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਬੀਤਿਆ। ਬਚਪਨ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣੀ ਚਾਹੁੰਦਾ ਹਾਂ। ਕਹਿੰਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਮੰਜੇ ਦੇ ਉੱਪਰ ਵਿਸ਼ਰਾਮ ਕਰਦੇ ਪਏ ਨੇ ਤੇ ਛੋਟੀ ਜਿਹੀ ਉਮਰ ਦੇ ਵਿੱਚ ਰਿੜਕਦਿਆਂ ਹੋਇਆਂ ਜਿਸ ਵੇਲੇ ਗੁਰੂ ਪਾਤਸ਼ਾਹ ਦੇ ਕੋਲ ਆਏ ਨੇ ਗੁਰੂ ਅਰਜਨ ਪਾਤਸ਼ਾਹ ਤੇ ਮੰਜੇ ਉੱਪਰ ਚੜਨ ਦਾ ਯਤਨ ਕਰਨ ਲੱਗੇ ਨੇ ਤੇ ਸੁਭਾਵਕ ਹੀ ਮੁਖ ਚੋਂ ਇਹ ਬਚਨ ਨਿਕਲੇ, ਇਹ ਕਿਹੜਾ ਵੱਡਾ ਪੁਰਖ ਹੈ ਭਾਈ ਜਿਸ ਮੰਜੀ ਹਿਲਾਈ ਸਾਡੀ। ਤਾਂ ਬੀਬੀ ਭਾਨੀ ਜੀ ਆਏ, ਆ ਕੇ ਕਹਿਣ ਲੱਗੇ, ਪਿਤਾ ਗੁਰੂ ਅਮਰਦਾਸ ਜੀ ਇਹ ਤੁਹਾਡਾ ਦੋਹਿਤਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਦ ਵਿੱਚ ਚੁੱਕ ਕੇ ਇਹ ਬਚਨ ਕਹੇ ਸਨ, ਬੀਬੀ ਭਾਨੀ ਇਹ ਦੋਹਿਤਾ ਬਾਣੀ का ਬੋਹਿਤਾ ਹੈ, ਇਹ ਬਾਣੀ ਦਾ ਜਹਾਜ਼ ਹੋਵੇਗਾ। ਔਰ ਇਹ ਗੱਲ ਉਸ ਵੇਲੇ ਸੱਚ ਹੋਈ ਜਿਸ ਵੇਲੇ ਗੁਰੂ ਅਰਜਨ ਪਾਤਸ਼ਾਹ ਨੇ ਉਹ ਥਾਲ ਤਿਆਰ ਕੀਤਾ ਜਿਸ ਥਾਲ ਦੇ ਵਿੱਚ ਕੋਈ ਜਾਤ ਪਾਤ ਊਚ ਨੀਚ ਭੇਦ ਭਾਵ ਦੇ ਕੋਈ ਮਾਇਨੇ ਨਹੀਂ ਰੱਖੇ ਗਏ। ਬਾਣੀਆਂ ਦਰਜ ਹੋਈਆਂ ਅਤੇ ਉਸ ਥਾਲ ਨੂੰ ਤਿਆਰ ਕਰਨ ਤੇ ਬਾਅਦ ਇਸ ਚੀਜ਼ ਤੇ ਮੋਹਰ ਲਾਤੀ ਗੁਰੂ ਪਾਤਸ਼ਾਹ ਨੇ ਅੰਤ ਦੇ ਵਿੱਚ ਕਿ ਇਸ ਭੋਜਨ ਨੂੰ ਜੋ ਛਕੇਗਾ, ਜੋ ਇਸ ਭੋਜਨ ਨੂੰ ਹਿਰਦੇ ਵਿੱਚ ਵਸਾਏਗਾ ਉਸ ਦਾ ਉਦਾਰ ਹੋਏਗਾ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो जिसका सब आधारो, जेको खावे जेको पुंचे तिसका होए उधारो, ये वस्त तजी न जाई नित नित रख उतारो। ये वस्त तजन वाली नहीं है, यदि कोई एक्सपायरी डेट नहीं है, ये अज भी सच है, आद सच है, जुगात सच है भी सच है, नानक होसी भी सच है। ये जब तक संसार दुनिया रहेगी तब तक इन्हें सच रहना है। गुरु अर्जन पातशाह ने 31 ਰਾਗਾਂ ਵਿੱਚੋਂ 30 ਰਾਗਾਂ ਦੇ ਵਿੱਚ ਬਾਣੀ ਲਿਖੀ। 1345 ਸ਼ਬਦ ਗੁਰੂ ਪਾਤਸ਼ਾਹ ਦੇ ਹਨ, 62 ਅਸਪਦੀਆਂ, 62 ਛੰਦ, 290 ਸ਼ਲੋਕ, 22 ਵਿੱਚੋਂ 6 ਵਾਰਾਂ ਗੁਰੂ ਅਰਜਨ ਪਾਤਸ਼ਾਹ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹਨ। ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਮੰਨ ਕੇ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਕਾ ਚੱਕ ਸ਼ਹਿਰ ਵਸਾਉਣ ਲਈ ਜਾਂਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਹੁਕਮ ਕੀਤਾ ਸੀ ਤੁਸੀਂ ਖਡੂਰ ਸਾਹਿਬ ਵਸਾਣਾ। ਗੁਰੂ ਅੰਗਦ ਪਾਤਸ਼ਾਹ ਨੇ ਖਡੂਰ ਸਾਹਿਬ ਵਸਾਇਆ। ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਪਾਤਸ਼ਾਹ ਨੇ ਹੁਕਮ ਕੀਤਾ ਤੁਸੀਂ ਗੋਬਿੰਦਵਾਲ ਸ਼ਹਿਰ ਵਸਾਣਾ। ਗੁਰੂ ਪਾਤਸ਼ਾਹ ਨੇ ਗੋਬਿੰਦਵਾਲ ਸ਼ਹਿਰ ਵਸਾਇਆ। ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਕਮ ਕੀਤਾ ਤੁਸੀਂ ਅੰਮ੍ਰਿਤਸਰ ਸ਼ਹਿਰ ਵਸਾਣਾ ਹੈ, ਗੁਰੂ ਕਾ ਚੱਕ ਵਸਾਉਣਾ। ਉਸ ਹੁਕਮ ਨੂੰ ਮੰਨ ਕੇ ਗੁਰੂ ਪਾਤਸ਼ਾਹ ਸ਼ਹਿਰ ਵਸਾਉਣ ਲਈ ਜਾਂਦੇ ਨੇ ਔਰ ਇਸ ਸ਼ਹਿਰ ਨੂੰ ਜਿਸ ਵੇਲੇ ਵਸਾਇਆ ਗਿਆ ਇਸ ਨੂੰ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਹਰ ਪੱਖੋਂ ਇਸ ਦਾ ਵਿਕਾਸ ਕੀਤਾ ਗਿਆ। ਸੇਵਾ, ਸਿਮਰਨ, ਨਾਮ ਅਭਿਆਸ ਗੁਰੂ ਪਾਤਸ਼ਾਹ ਆਪ ਇੱਥੇ ਉਸਾਰੀ ਦੇ ਕੰਮ ਵੀ ਕਰਦੇ। ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਅਰਜਨ ਪਾਤਸ਼ਾਹ ਦੇ ਤਾਏ ਦੇ ਲੜਕੇ ਦੀ ਸ਼ਾਦੀ ਜਿਹੜੀ ਹੈ ਉਹ ਲਾਹੌਰ ਵਿੱਚ ਹੋਣੀ ਤੈਅ ਹੁੰਦੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਉਸ ਦੀ ਡਿਊਟੀ ਲਗਾਉਂਦੇ ਨੇ ਪ੍ਰਿਥੀ ਚੰਦ ਦੀ ਕਿ ਪ੍ਰਿਥੀ ਚੰਦ ਤੂੰ ਲਾਹੌਰ ਜਾ ਤੇ ਲਾਹੌਰ ਜਾ ਕੇ ਇਸ ਮੈਰਿਜ ਨੂੰ, ਇਸ ਆਨੰਦ ਕਾਰਜ ਨੂੰ ਅਟੈਂਡ ਕਰ। ਪਰ ਪ੍ਰਿਥੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਕਹਿੰਦਾ ਗੁਰੂ ਪਿਤਾ ਜੀ ਜੇ ਮੈਂ ਚਲਾ ਗਿਆ ਤੇ ਉਸਾਰੀ ਦਾ ਕੰਮ ਰੁਕ ਜਾਏਗਾ, ਇਹ ਉਸਾਰੀ ਦਾ ਕੰਮ ਨਹੀਂ ਹੋਏਗਾ। ਅੰਮ੍ਰਿਤਸਰ ਦੀ ਉਸਾਰੀ ਕੌਣ ਕਰਾਏਗਾ? ਗੁਰੂ ਕਾ ਚੱਕ ਸ਼ਹਿਰ ਕਿੱਦਾਂ ਵਸੇਗਾ? ਮੇਰੇ ਤੋਂ ਬਗੈਰ ਅੰਮ੍ਰਿਤਸਰ ਦੀ ਉਸਾਰੀ ਹੋ ਨਹੀਂ ਸਕਦੀ। ਗੁਰੂ ਰਾਮਦਾਸ ਪਾਤਸ਼ਾਹ ਸਮਝ ਗਏ ਪ੍ਰਿਥੀ ਚੰਦ ਅਹੰਕਾਰ ਦੇ ਬੋਲ ਬੋਲ ਲਿਆ ਹੈ। ਪ੍ਰਿਥੀ ਚੰਦ ਨੂੰ ਗੁਰੂ ਪਾਤਸ਼ਾਹ ਨੇ ਸਮਝਾਉਣ ਦਾ ਯਤਨ ਕੀਤਾ। ਇਹ ਗੱਲ ਆਖੀ ਪ੍ਰਿਥੀ ਚੰਦ, ਸ਼ਰਧਾ ਹੀ ਸਭ ਦਾ ਮੂਲ ਹੈ, ਸ਼ਰਧਾ ਤੋਂ ਹੀ ਨਿਮਰਤਾ ਦਾ ਜਨਮ ਹੁੰਦਾ ਹੈ, ਸ਼ਰਧਾ ਤੋਂ ਹੀ ਪ੍ਰੇਮ ਦੀ ਕੋਬਲ ਫੁੱਟਦੀ ਹੈ। ਸੇਵਾ ਤਾਂ ਉਪਰਲੀ ਛਿੱਲੜ ਹੈ। ਸ਼ਰਧਾ, ਪ੍ਰੇਮ ਤੇ ਸੇਵਾ ਤੋਂ ਵਿਰਾਗ ਪੈਦਾ ਹੁੰਦਾ ਹੈ ਜਿਸ ਤੋਂ ਫਿਰ ਹਰੀ ਨਾਮ ਦਾ ਫਲ ਲੱਗਦਾ ਹੈ। ਸਾਧ ਸੰਗਤ ਵਿੱਚ ਜਾ ਕੇ ਇਹ ਫਲ ਬ੍ਰਿਖ ਬਣ ਜਾਂਦਾ ਹੈ। ਫਿਰ ਇਸ ਨੂੰ ਗੁਣਾਂ ਦੇ ਪੱਤੇ ਨਿਕਲਦੇ ਹਨ। ਇਸ ਤਰ੍ਹਾਂ ਇਹ ਇੱਕ ਰੁੱਖ ਸੰਘਣਾ ਰੁੱਖ ਬਣ ਜਾਂਦਾ ਹੈ ਤੇ ਸੰਘਣਾ ਰੁੱਖ ਹੀ ਪ੍ਰਿਥੀ ਚੰਦ ਕਿਸੇ ਨੂੰ ਛਾਂ ਦੇ ਸਕਦਾ ਹੈ। ਪਰ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਗੱਲਾਂ ਪ੍ਰਿਥੀ ਚੰਦ ਨੂੰ ਸਮਝ ਨਹੀਂ ਆਉਂਦੀਆਂ ਸਨ। ਉਹ ਇੱਕ ਕੰਨ ਚੋਂ ਗੱਲ ਪਾਉਂਦਾ
ਦੂਜੇ ਕੰਨ ਚੋਂ ਗੱਲ ਕੱਢ ਦਿੰਦਾ ਸੀ। ਗੁਰੂ ਪਾਤਸ਼ਾਹ ਦਰਅਸਲ ਇਹ ਲਾਹੌਰ ਭੇਜਣ ਦਾ ਕੇਵਲ ਇੱਕ ਲਾਹੌਰ ਆਨੰਦ ਕਾਰਜ ਵਿੱਚ ਭੇਜਣ ਦੀ ਗੱਲ ਨਹੀਂ ਸੀ, ਬਲਕਿ ਇੱਕ ਇਮਤਿਹਾਨ ਸੀ। ਗੁਰੂ ਪਾਤਸ਼ਾਹ ਨੇ ਆਪਣੇ ਦੂਜੇ ਪੁੱਤਰ ਮਹਾਦੇਵ ਨੂੰ ਬੁਲਾਇਆ। ਕਹਿਣ ਲੱਗੇ, ਮਹਾਦੇਵ ਤੁਸੀਂ ਜਾਓ, ਜਾ ਕੇ ਸਿਹਾਰੀ ਮਲ ਜੀ ਦੇ ਬੇਟੇ ਦਾ ਵਿਆਹ ਨੂੰ ਅਟੈਂਡ ਕਰੋ। ਪਰ ਸਿਹਾਰੀ ਮਹਾਦੇਵ ਜੀ ਨੇ ਵੀ ਇਸ ਗੱਲ ਨੂੰ ਮਨਾ ਕਰਤਾ। ਕਹਿਣ ਲੱਗੇ, ਪਿਤਾ ਜੀ ਤੁਹਾਨੂੰ ਪਤਾ ਹੈ ਮੈਂ ਤਾਂ ਸੰਸਾਰ ਤੋਂ ਉਪਰਾਮ ਹਾਂ, ਮੇਰਾ ਕੋਈ ਕਿਸੇ ਪ੍ਰਕਾਰ ਦਾ ਕਿਸੇ ਨਾਲ ਲੈਣਾ ਦੇਣਾ ਨਹੀਂ, ਮੈਂ ਨਹੀਂ ਜਾਣਾ। ਹੁਣ ਤੀਜੇ ਪੁੱਤਰ ਗੁਰੂ ਅਰਜਨ ਪਾਤਸ਼ਾਹ ਨੂੰ ਬੁਲਾਇਆ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਤੁਸੀਂ ਲਾਹੌਰ ਜਾਣਾ ਹੈ, ਤੇ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਦੋਨੋਂ ਹੱਥ ਜੋੜ ਦਿੱਤੇ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਹ ਬਚਨ ਕਹੇ, ਪਿਤਾ ਜੀ ਜਿੱਥੇ ਤੁਸੀਂ ਮੈਨੂੰ ਜਾਣ ਵਾਸਤੇ ਕਹੋਗੇ ਮੈਂ ਜਾਣ ਵਾਸਤੇ ਤਿਆਰ ਹਾਂ, ਜਿੱਥੇ ਤੁਸੀਂ ਮੈਨੂੰ ਰੱਖੋਗੇ ਮੈਂ ਉੱਥੇ ਰੁਕਣ ਵਾਸਤੇ ਤਿਆਰ ਹਾਂ। ਜਿਸ ਤਰ੍ਹਾਂ ਤੁਹਾਡਾ ਹੁਕਮ ਹੋਏਗਾ ਮੈਂ ਤੁਹਾਡੇ ਹਰ ਹੁਕਮ ਨੂੰ ਮੰਨਣ ਲਈ ਤਿਆਰ ਹਾਂ। ਗੁਰੂ ਅਰਜਨ ਪਾਤਸ਼ਾਹ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਲਾਹੌਰ ਦੀ ਧਰਤੀ ਤੇ ਜਾਂਦੇ ਹਨ। ਜਿਸ ਵੇਲੇ ਵਾਪਸ ਆਉਂਦੇ ਹਨ, ਇਹ ਇੱਕ ਪ੍ਰੀਖਿਆ ਸੀ ਗੁਰਤਾ ਗੱਦੀ ਨੂੰ ਦੇਣ ਦੀ, ਜਿਹਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਪਾਸ ਹੋਏ। ਤਕਰੀਬਨ 28 ਅਗਸਤ 1581 ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ। ਇੱਥੇ ਵੀ ਪ੍ਰਿਥੀ ਚੰਦ ਨੇ ਝਗੜਾ ਖੜਾ ਕੀਤਾ। ਪ੍ਰਿਥੀ ਚੰਦ ਕਹਿੰਦਾ, ਮੈਂ ਵੱਡਾ ਹਾਂ, ਇਸ ਗੁਰਿਆਈ ਦਾ ਹੱਕ ਮੈਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਇਹ ਗੁਰਿਆਈ ਮੈਨੂੰ ਮਿਲਣੀ ਚਾਹੀਦੀ ਹੈ, ਤਿਲਕ ਮੈਨੂੰ ਮਿਲਣਾ ਚਾਹੀਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਗੱਲ ਸਮਝਾਈ। ਕਹਿਣ ਲੱਗੇ, ਪ੍ਰਿਥੀ ਚੰਦ ਗੁਰਤਾ ਗੱਦੀ ਕਿਸੇ ਦਾ ਜੱਦੀ ਹੱਕ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਬਖਸ਼ਿਸ਼ ਕੀਤੀ ਭਾਈ ਲਹਿਣੇ ਨੂੰ। ਭਾਈ ਲਹਿਣੇ ਨੇ ਸੇਵਾ ਕਮਾਈ, ਕਾਲਨਾ ਕੀਤੀ ਤਾਂ ਗੱਦੀ ਭਾਈ ਲਹਿਣੇ ਨੂੰ ਮਿਲੀ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਹਰ ਹੁਕਮ ਨੂੰ ਮੰਨਿਆ। ਗੁਰਤਾ ਗੱਦੀ ਗੁਰੂ ਨਾਨਕ ਪਾਤਸ਼ਾਹ ਨੇ ਪੁੱਤਰਾਂ ਨੂੰ ਨਹੀਂ ਦਿੱਤੀ, ਸੇਵਕ ਦੀ ਸੇਵਾ ਕਰਕੇ ਭਾਈ ਲਹਿਣੇ ਨੂੰ ਗੁਰਤਾ ਗੱਦੀ ਮਿਲੀ ਹੈ। ਪ੍ਰਿਥੀ ਚੰਦ ਜੇ ਸੇਵਾ ਕੀਤੀ, ਬਾਬਾ ਅਮਰਦਾਸ ਨੇ 62 ਸਾਲ ਦੀ ਉਮਰ ਦੇ ਵਿੱਚ ਆ ਕੇ ਗੁਰੂ ਅੰਗਦ ਪਾਤਸ਼ਾਹ ਦੇ ਹਰ ਹੁਕਮ ਨੂੰ ਮੰਨਿਆ, ਤੇ ਬਾਬਾ ਅਮਰਦਾਸ ਜਿਸ ਨੂੰ ਲੋਕੀ ਕਹਿੰਦੇ ਸਨ ਇਹ ਅਮਰੂ ਨਿਥਾਵਾਂ ਹੈ, ਉਹ ਅਮਰੂ ਨਿਥਾਵਾਂ ਨਹੀਂ ਰਿਹਾ। ਉਹ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਣ ਗਏ, ਕਿਉਂਕਿ ਹੁਕਮ ਮੰਨਿਆ, ਸੇਵਾ ਕਮਾਈ ਹੈ। ਮੈਂ ਲਾਹੌਰ ਦੀਆਂ ਗਲੀਆਂ ਵਿੱਚ ਰੁਲਣ ਵਾਲਾ ਪ੍ਰਿਥੀ ਚੰਦ, 7 ਸਾਲ ਦੀ ਉਮਰ ਮੇਰੀ, ਨਾ ਮੇਰੇ ਸਿਰ ਦੇ ਉੱਪਰ ਬਾਪ ਦਾ ਸਾਇਆ, ਨਾ ਮੇਰੇ ਸਿਰ ਦੇ ਉੱਪਰ ਮਾਂ ਦਾ ਸਾਇਆ। ਮੈਂ ਲਾਹੌਰ ਦੀਆਂ ਗਲੀਆਂ ਵਿੱਚ ਰੁਲਣ ਵਾਲਾ, ਘੁੰਗੀਆਂ ਵੇਚਣ ਵਾਲਾ, ਜੇ ਮੇਰੇ ਉੱਪਰ ਨਜ਼ਰ ਹੋਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ, ਤੇ ਮੈਂ ਗਾਰੇ ਦੀਆਂ ਟੋਕਰੀਆਂ ਚੁੱਕਣ ਵਾਲਾ। ਮੇਰੇ ਰਿਸ਼ਤੇਦਾਰ ਮੈਨੂੰ ਕਹਿੰਦੇ ਸਨ ਜੇ ਇਹੀ ਕੰਮ ਕਰਨਾ ਸੀ ਤੇ ਲਾਹੌਰ ਦੀਆਂ ਗਲੀਆਂ ਵਿੱਚ ਕਰ ਲੈਂਦਾ, ਇੱਥੇ ਆ ਕੇ ਗੁਰੂ ਪਾਤਸ਼ਾਹ ਕੋਲ ਰਹਿਣ ਦੀ ਕੀ ਲੋੜ ਸੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਰਹਿਮਤ ਹੋਈ। ਲੋਕਾਂ ਨੂੰ ਸਿਰ ਦੇ ਉੱਪਰ ਗਾਰੇ ਦੀ ਟੋਕਰੀ ਨਜ਼ਰ ਆਉਂਦੀ ਸੀ, ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਸਿਰ ਦੇ ਉੱਪਰ ਦੀਨ ਦੁਨੀ ਦਾ ਛਤਰ ਚਲਾਇਆ। ਪ੍ਰਿਥੀ ਚੰਦ ਇਹ ਸੇਵਕ ਦੀ ਕਾਲਨਾ ਨੂੰ ਗੱਦੀ ਮਿਲਦੀ ਹੈ। ਪ੍ਰਿਥੀ ਚੰਦ ਖਰਵੇਂ ਬੋਲ ਬੋਲਦਾ ਹੈ, ਗੁਰੂ ਪਾਤਸ਼ਾਹ ਨੂੰ ਜਵਾਬ ਦਿੰਦਾ ਹੈ। ਗੁਰੂ ਪਾਤਸ਼ਾਹ ਫਿਰ ਸਮਝਾਉਂਦੇ, ਕਹਿੰਦੇ ਪ੍ਰਿਥੀ ਚੰਦ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੇਰੇ ਤੁਮ ਹੋ ਤਿਨਸਿਓ ਝਗੜਤ ਪਾਪ। ਤੂੰ ਝਗੜਾ ਨਾ ਕਰ, ਜਿਸ ਮਾਪਿਓ ਨੇ ਤੈਨੂੰ ਜਨਮ ਦਿੱਤਾ ਹੈ ਤੂੰ ਉਹਨਾਂ ਨਾਲ ਵੈਰ ਨਾ ਕਮਾ। 1 ਸਤੰਬਰ 1581 ਈਸਵੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਹਨ। ਪਗੜੀ ਦੀ ਰਸਮ ਹੋਈ। ਪਗੜੀ ਦੀ ਰਸਮ ਵਾਸਤੇ ਫਿਰ ਪ੍ਰਿਥੀ ਚੰਦ ਨੇ ਝਗੜਾ ਪਾਇਆ। ਪ੍ਰਿਥੀ ਚੰਦ ਕਹਿੰਦਾ ਪਗੜੀ ਮੈਨੂੰ ਮਿਲਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੀ ਸੂਝ-ਬੂਝ ਨਾਲ ਕੰਮ ਲੈਂਦਿਆਂ ਹੋਇਆਂ ਪ੍ਰਿਥੀ ਚੰਦ ਨੂੰ ਪਗੜੀ ਦੇ ਦਿੱਤੀ। 11 ਭੱਟ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ ਦੀਦਾਰ ਲਈ ਉਸ ਸਥਾਨ ਤੇ ਆਏ ਹੋਏ ਸਨ। ਮਨ ਦੇ ਅੰਦਰ ਚਾਹ ਸੀ ਕਿ 18 ਸਾਲ 4 ਮਹੀਨੇ ਦਾ ਪਰ ਗੱਭਰੂ ਨੌਜਵਾਨ ਗੁਰਤਾ ਗੱਦੀ ਦੇ ਉੱਪਰ ਬੈਠਾ, ਅਸੀਂ ਉਹਨਾਂ ਦੇ ਦੀਦਾਰ ਕਰਨੇ ਨੇ। ਮੈਂ ਇੱਥੇ ਇੱਕ ਗੱਲ ਹੋਰ
ਕਹਿਣੀ ਚਾਹਾਂਗਾ। 18 ਸਾਲ 4 ਮਹੀਨੇ ਦਾ ਨੌਜਵਾਨ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲ ਲਿਆ, ਕੌਮ ਦੀ ਅਗਵਾਈ ਕਰ ਰਹੇ ਨੇ। ਅੱਜ ਸਾਡੇ ਵੀ ਨੌਜਵਾਨ 18 ਸਾਲ ਦੇ ਹੁੰਦੇ ਹਨ, 19 ਸਾਲ ਦੇ ਹੁੰਦੇ ਹਨ, 20 ਸਾਲ ਦੇ ਹੁੰਦੇ ਹਨ। ਕੀ ਉਹਨਾਂ ਦੇ ਉੱਪਰ ਕੋਈ ਕੌਮ ਦੀ ਜ਼ਿੰਮੇਵਾਰੀ ਹੈ? ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਅਸੀਂ ਵੀ ਕੋਈ ਕੌਮ ਵਾਸਤੇ ਕੁਝ ਕਰਨਾ, ਪੰਥ ਵਾਸਤੇ ਕੁਝ ਕਰਨਾ? 18 ਸਾਲ 4 ਮਹੀਨੇ ਦੇ ਨੌਜਵਾਨ, ਪਰ ਗੱਭਰੂ ਉਮਰ ਹੈ ਜਵਾਨੀ ਦੀ, ਤੇ ਗੁਰੂ ਅਰਜਨ ਪਾਤਸ਼ਾਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ। ਤੇ ਭੱਟ ਸਾਹਿਬਾਨ ਆਪਣੇ ਅੰਦਰ ਸ਼ੰਕਾ ਰੱਖਦੇ ਨੇ ਤੇ ਗੁਰੂ ਪਾਤਸ਼ਾਹ ਦੇ ਦੀਦਾਰ ਕਰਦੇ ਨੇ, ਸਾਰੇ ਸ਼ੰਕੇ ਨਿਵਰਤ ਹੋ ਜਾਂਦੇ ਨੇ ਤੇ ਗੁਰੂ ਅਰਜਨ ਪਾਤਸ਼ਾਹ ਦੀ ਉਸਤਤ ਦੇ ਵਿੱਚ ਸਵਈਏ ਲਿਖਦੇ ਨੇ। ਭੱਟ ਮੱਥਰਾ ਜੀ ਨੇ ਕਲਮ ਚੁੱਕੀ, ਇਹ ਗੱਲ ਲਿਖੀ, ਤਰਨ ਗगन नवखंड में जो स्वरूपी रहो पर पन मथुरा कछ भेद नहीं गुरु अर्जन प्रतख हर। ਭੱਟ ਮੱਥਰਾ ਇਹ ਗੱਲ ਬਿਆਨ ਕਰਦਾ, ਇਹਦੇ ਵਿੱਚ ਕੋਈ ਭੇਦ ਨਹੀਂ ਹੈ, ਇਹਦੇ ਵਿੱਚ ਕੋਈ ਛੁਪਾ ਨਹੀਂ ਹੈ ਕਿ ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਪਾਤਸ਼ਾਹ ਪ੍ਰਤੱਖ ਹਰੀ ਦਾ ਰੂਪ ਹਨ। ਫਿਰ ਭੱਟ ਮੱਥਰਾ ਜੀ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ, ਤੁਸੀਂ ਤਾਂ ਇਸ ਸੰਸਾਰ ਨੂੰ ਤਾਰਨ ਲਈ ਇੱਕ ਜਹਾਜ਼ ਹੋ, ਤੁਸੀਂ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਇੱਕ ਜਹਾਜ਼ ਹੋ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਕਰੋ। ਤੁਹਾਡੇ ਨਾਲ ਲੱਗ ਕੇ ਇਹ ਸਾਰਾ ਸੰਸਾਰ ਕਲਯੁਗ, ਇਸ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਗੁਰੂ ਅਰਜਨ ਪਾਤਸ਼ਾਹ ਦੀ ਉਪਮਾ ਕਰਦਿਆਂ ਹੋਇਆਂ ਇਹ ਗੱਲ ਲਿਖਦੇ ਹਨ, ਜਬ ਲੋ ਨਹੀਂ ਭਾਗ ਲਿਲਾਰ ਉਦੇ। ਇਹ ਗੁਰੂ ਅਰਜਨ ਪਾਤਸ਼ਾਹ ਜਦ ਸਾਡੇ ਮੱਥੇ ਦੇ ਭਾਗ ਨਹੀਂ ਸਨ ਜਾਗੇ ਨਾ, ਜਬ ਲੋ ਨਹੀਂ ਭਾਗ ਲਿਲਾਰ ਉਦੇ ਤਬ ਲੋ ਪਰਮਤੇ ਫਿਰਤੇ ਬਹੁਤ ਆਇਓ। ਤਾਂ ਤੱਕ ਅਸੀਂ ਬੜੇ ਭਟਕੇ, ਬੜੀ ਭਟਕਣਾ ਰਹੀ, ਬਿਆਬਾਨ ਜੰਗਲਾਂ ਦੇ ਵਿੱਚ, ਪਰਬਤਾਂ ਦੇ ਉੱਪਰ, ਸ਼ਹਿਰਾਂ ਦੇ ਵਿੱਚ, ਗਲੀਆਂ ਦੇ ਵਿੱਚ ਸਾਡੀ ਭਟਕਣਾ ਮੁੱਕੀ ਨਹੀਂ, ਜਦ ਤੱਕ ਸਾਡੇ ਮੱਥੇ ਦੇ ਲੇਖ ਨਹੀਂ ਸਨ ਜਾਗੇ। ਜਬ ਲੋ ਨਹੀਂ ਭਾਗ ਲਿਲਾਰ ਉਦੇ तब लो परमते फिरते बहुत आयो। कल घोर समुद्र में बूढ़त थे, कभू मिट है नहीं रे पछतायो। तत्व विचार यह मथुरा, जग तारन को अवतार बनायो। जप्यो जिन अर्जुन देव गुरु, फिर संकट जोन गर्भ ना आयो। गुरु अर्जन पातशाह, तुसी संसार नूं तारन वास्ते एक जहाज। इतिहासकार लिखते हैं, गुरु अर्जन पातशाह सरंदा वजाउंदे सन ते सरंदा इतना खूबसूरत वजाउंदे सन कि जिस वेले आसा की वार दा कीर्तन करदे, शब्द गायन करदे ते प्रिंसिपल सतबीर सिंह जी लिखते हैं, आकाश विच उड़न वाले पंछी भी अपनियां परवाजां रोक लिया करदे सन, संगतां नाल बचन बिलास करदे। गुरु अर्जन पातशाह गुरु के चक, गुरु पातशाह ने राग आसावरी दे विच संगतां नाल बचन कीते। गोबिंद गोबिंद करहा, गोबिंद गोबिंद करहा, हर हर मन प्यारहा, गुर कहा सो चित तरहा। जिहड़ी गल मेरे गुरु ने कही है, मैं उस गल नूं अपने चित विच तरा, अपने चित विच वसावां। ये बचन करया करदे सन। गुरसिख मीत चलो गुर चाली, जो गुर कहे सोई भल मानो, हर हर कथा निराली। ਜਿਹੜੀ ਗੱਲ ਗੁਰੂ ਨੇ ਕਹੀ ਹੈ ਉਸ ਨੂੰ ਹਿਰਦੇ ਵਿੱਚ ਵਸਾ ਕੇ ਧਾਰਨ ਕਰਨਾ, ਉਸ ਨੂੰ ਮੰਨਣਾ ਹੈ। ਇਹ ਬਚਨ ਕਹਿੰਦੇ ਸਨ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜਿਉ। ਤਿਆਗੇ ਮਨ ਕੀ ਮਤੜੀ, ਆਪਣੇ ਮਨ ਦੀਆਂ ਮਤਾਂ ਦਾ ਤਿਆਗ ਕਰਨਾ ਹੈ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ ਜਿਉ। ਹੋਏਗਾ ਕਿ ਉਹ ਪਾਵੇ ਹਰ ਦਰ ਸਾਵਲਾ, ਨਹਿ ਲੱਗੇ ਤੱਤੀ ਵਾਹ। ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆਏਗਾ, ਗੁਰੂ ਦੇ ਹੁਕਮ ਨੂੰ ਮੰਨੇਗਾ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਸਾਰੀਆਂ ਗੱਲਾਂ ਤੈਨੂੰ ਭੁੱਲ ਜਾਣ, ਪਰ ਤੈਨੂੰ ਪਰਮਾਤਮਾ ਦਾ ਨਾਮ ਨਾ ਵਿਸਰੇ। ਤੇਰੇ ਹਿਰਦੇ ਅੰਦਰ ਪਰਮਾਤਮਾ ਦੀ ਯਾਦ ਵਸੀ ਰਹੇ, ਤੂੰ ਹਮੇਸ਼ਾ ਪਰਮਾਤਮਾ ਨੂੰ ਚੇਤੇ ਕਰਿਆ ਰੱਖੇ। ਗੁਰੂ ਪਾਤਸ਼ਾਹ ਨੇ ਜਿੱਥੇ ਇਹ ਗੱਲਾਂ ਸਮਝਾਈਆਂ, ਸੰਗਤਾਂ ਨੂੰ ਪ੍ਰੇਮ ਦੀ, ਸੇਵਾ ਦੀ ਜਾਚ ਸਿਖਾਈ, ਉਸਾਰੀ ਦੇ ਕੰਮ ਆਪ ਕੀਤੇ। ਪ੍ਰਿਥੀ ਚੰਦ ਨੂੰ ਇਹ ਗੱਲਾਂ ਬਰਦਾਸ਼ਤ ਨਾ ਹੋਈਆਂ। ਪ੍ਰਿਥੀ ਚੰਦ ਨੇ ਵਿਰੋਧਤਾ ਕੀਤੀ ਹੈ, ਸਾਰੇ ਸ਼ਹਿਰ ਦੀ ਨਾਕਾਬੰਦੀ ਕੀਤੀ, ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ, ਗੁਰੂ ਅਰਜਨ ਪਾਤਸ਼ਾਹ ਦੇ ਦੀਦਾਰ ਕਰਨ ਤੋਂ ਰੋਕਿਆ ਤੇ ਨਾਕਾਬੰਦੀ ਕੀਤੀ। ਇਤਿਹਾਸਕਾਰ ਲਿਖਦੇ ਹਨ, ਇੱਥੋਂ ਤੱਕ ਸਮਾਂ ਆਇਆ ਕਿ ਲੰਗਰ ਮਸਤਾਨਾ ਹੋਣਾ ਸ਼ੁਰੂ ਹੋ ਗਿਆ। ਇਸ ਸਮੇਂ ਦੇ ਅੰਦਰ
ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਗਏ ਹੋਏ ਸਨ ਤੇ ਆਗਰੇ ਤੋਂ ਵਾਪਸ ਆਏ। ਪ੍ਰਿਥੀ ਚੰਦ ਨੂੰ ਆ ਕੇ ਗੱਲਬਾਤ ਕੀਤੀ ਕਿ ਪ੍ਰਿਥੀ ਚੰਦ, ਤੂੰ ਇਹ ਠੀਕ ਨਹੀਂ ਕਰ ਰਿਹਾ ਹੈ। ਗੁਰੂ ਸੂਰਜ ਦੇ ਵਾਂਗ ਹੈ, ਤੂੰ ਗੁਰੂ ਨੂੰ ਛੁਪਾ ਨਹੀਂ ਸਕਦਾ, ਗੁਰੂ ਸੂਰਜ ਨੂੰ ਕੋਈ ਛੁਪਾ ਨਹੀਂ ਸਕਦਾ। ਪ੍ਰਿਥੀ ਚੰਦ, ਐਸੀ ਖੇਡ ਨਾ ਖੇਡ। ਬੱਚੇ ਖੇਡ ਖੇਡਦੇ ਹਨ, ਖੇਡ ਖੇਡਦੇ ਖੇਡਦੇ ਬੱਚੇ ਆਪਸ ਦੇ ਵਿੱਚ ਵਜ਼ੀਰ, ਸਿਪਾਹੀ, ਰਾਜਾ, ਚੋਰ ਬਣ ਜਾਂਦੇ ਹਨ। ਕਦੀ ਰਾਜਾ ਬਣ ਜਾਂਦੇ ਹਨ, ਕਦੀ ਚੋਰ ਬਣ ਜਾਂਦੇ ਹਨ। ਪਰ ਜਿਸ ਵੇਲੇ ਖੇਡ ਖਤਮ ਹੁੰਦੀ ਹੈ ਤੇ ਅਸਲ ਵਿੱਚ ਨਾ ਤਾਂ ਉਹ ਰਾਜਾ ਬਣਦੇ ਹਨ, ਨਾ ਉਹ ਚੋਰ ਬਣਦੇ ਹਨ। ਤੂੰ ਬੱਚਿਆਂ ਵਾਲੀ ਖੇਡ ਨਾ ਖੇਡ। ਪ੍ਰਿਥੀ ਚੰਦ ਨੂੰ ਗੱਲ ਸਮਝ ਨਹੀਂ ਆਈ। ਪਰ ਐਸੇ ਸਮੇਂ ਦੇ ਅੰਦਰ ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਪ੍ਰੇਰਣਾ ਦਿੱਤੀ। ਸੇਠ ਗੰਗਾ ਰਾਮ ਬਠਿੰਡੇ ਦਾ ਰਹਿਣ ਵਾਲਾ ਹੈ, ਬਹੁਤ ਵੱਡਾ ਵਪਾਰੀ ਹੈ। ਇਹ ਆਪਣਾ ਬਾਜਰਾ ਉੱਟਾਂ ਦੇ ਉੱਪਰ ਲੱਦ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਗੁਰੂ ਪਾਤਸ਼ਾਹ ਦੇ ਦੀਦਾਰ ਕਰਦਾ ਹੈ, ਪਰ ਜਿਸ ਵੇਲੇ ਦੀਦਾਰ ਕਰਦਾ ਹੈ ਲੰਗਰ ਦੀ ਐਸੀ ਹਾਲਤ ਤੱਕਦਾ ਹੈ ਤੇ ਆਪਣਾ ਸਾਰੇ ਬਾਜਰੇ ਦੀਆਂ ਬੋਰੀਆਂ ਜਿਹੜੀਆਂ ਉੱਟਾਂ ਦੇ ਉੱਪਰ ਲੱਦੀਆਂ ਨੇ ਗੁਰੂ ਪਾਤਸ਼ਾਹ ਨੂੰ ਭੇਟਾ ਕਰ ਦਿੰਦਾ। ਗੁਰੂ ਪਾਤਸ਼ਾਹ ਕਹਿੰਦੇ, ਸੇਠ ਗੰਗਾ ਰਾਮ, ਇਹਦੀ ਭੇਟਾ ਲੈ ਲੈ। ਸੇਠ ਗੰਗਾ ਰਾਮ ਕਹਿੰਦਾ, ਸੱਚੇ ਪਾਤਸ਼ਾਹ, ਇਹ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਨੇ ਤੇ ਮੈਂ ਇਹਨਾਂ ਵਿੱਚੋਂ ਕੁਝ ਲੈਣਾ ਨਹੀਂ। ਸੇਠ ਗੰਗਾ ਰਾਮ ਦੀ ਸ਼ਰਧਾ ਜਿਹੜੀ ਹੈ ਉਹ ਗੁਰੂ ਘਰ ਲਈ ਬਹੁਤ ਮਹਾਨ ਹੈ। ਇਸੇ ਸਮੇਂ ਦੇ ਅੰਦਰ 1588 ਦੇ ਵਿੱਚ ਗੁਰੂ ਪਾਤਸ਼ਾਹ ਨੇ ਅੰਮ੍ਰਿਤਸਰ ਦੀ ਉਸਾਰੀ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ। 1588 ਦਾ ਸਮਾਂ ਸੀ ਤੇ 1588 ਤੋਂ ਲੈ ਕੇ 1598 ਤੱਕ ਗੁਰੂ ਪਾਤਸ਼ਾਹ ਨੇ ਸਾਰੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਹੈ। ਤਰਨਤਾਰਨ ਸਾਹਿਬ, ਕਰਤਾਰਪੁਰ, ਵਿਵੇਕਸਰ, ਸੰਤੋਖਸਰ ਇਹਦੀ ਤਿਆਰੀ ਕਰਾਈ ਗਈ। ਗੁਰੂ ਪਾਤਸ਼ਾਹ ਨੇ ਪ੍ਰਚਾਰ ਕਰਨਾ ਆਰੰਭ ਕੀਤਾ। ਸਿੱਖੀ ਵੱਧਦੀ ਫੁੱਲਣੀ ਸ਼ੁਰੂ ਹੋਈ ਹੈ। ਤਰਨਤਾਰਨ ਦੇ ਲਾਗੇ ਸਖੀ ਸਰਵਰੀਆਂ ਦਾ ਡੇਰਾ ਸੀ। ਭਾਈ ਮੰਝ ਇਸੇ ਧਰਤੀ ਦਾ ਰਹਿਣ ਵਾਲਾ ਹੈ, ਤਰਨਤਾਰਨ ਦੇ ਲਾਗੇ ਦਾ। ਭਾਈ ਮੰਝ ਗੁਰੂ ਪਾਤਸ਼ਾਹ ਦੀ ਸ਼ਰਨ ਆਉਂਦਾ ਹੈ। ਸਿੱਖੀ ਫੈਲਦੀ ਹੈ ਤੇ ਇੱਧਰ ਵਿਰੋਧਤਾ ਵੀ ਸ਼ੁਰੂ ਹੁੰਦੀ ਹੈ। ਭਾਈ ਮੰਝ ਗੁਰੂ ਪਾਤਸ਼ਾਹ ਦੀ ਸ਼ਰਨ ਆਉਂਦਾ ਤੇ ਜਿਸ ਵੇਲੇ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਕੀਰਤਨ ਸੁਣਦਾ, ਬਚਨ ਸੁਣਦਾ, ਲੰਗਰ ਛਕਦਾ ਤੇ ਗੁਰੂ ਪਾਤਸ਼ਾਹ ਆ ਕੇ ਬੇਨਤੀ ਕਰਦਾ, ਕਹਿੰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਪਾਤਸ਼ਾਹ ਭਾਈ ਮੰਝ ਨੂੰ ਕਹਿੰਦੇ ਨੇ, ਭਾਈ ਮੰਝ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਭਾਈ ਮੰਝ ਘਰ ਜਾਂਦਾ, ਬੜਾ ਸੋਚਦਾ ਕਿ ਗੁਰੂ ਪਾਤਸ਼ਾਹ ਨੇ ਕਿਹੜੇ ਬਚਨ ਕਹੇ ਨੇ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਤੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜਦ ਤੱਕ ਮੇਰੇ ਮਨ ਦੇ ਅੰਦਰ ਇਹ ਮਣੀਆਂ ਦੀ ਪੂਜਾ, ਹੋਰ ਪੂਜਾ ਹੈਗੀਆਂ ਨੇ, ਤਾਂ ਤੱਕ ਸਿੱਖੀ ਕਿਸ ਤਰ੍ਹਾਂ ਟਿਕੇਗੀ। ਆਪਣਾ ਪੀਰਖਾਨਾ ਢਾ ਦਿੰਦਾ ਤੇ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਂਦਾ। ਡੰਗਰ ਇਹਦੇ ਮਰ ਜਾਂਦੇ ਨੇ, ਪਿੰਡ ਵਾਲੇ ਇਸ ਦੀ ਵਿਰੋਧਤਾ ਕਰਦੇ ਨੇ। ਭਾਈ ਮੰਝ ਗੁਰੂ ਪਾਤਸ਼ਾਹ ਦੀ ਸ਼ਰਨ ਆਉਂਦਾ ਤੇ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੰਦਾ। ਤੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਐਸੀ ਸੇਵਾ ਘਾਲ ਕਮਾਈ ਕਰਦਾ ਹੈ, ਜੰਗਲ ਚੋਂ ਲੱਕੜਾਂ ਲੈ ਕੇ ਆਉਣੀਆਂ ਤੇ ਲਿਆ ਕੇ ਲੰਗਰ ਦੇ ਵਿੱਚ ਭੇਟਾ ਕਰਨੀਆਂ। ਇੱਕ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਮੰਝ ਕੋਲੋਂ ਪੁੱਛ ਕੀਤੀ ਹੈ, ਭਾਈ ਮੰਝ ਕੀ ਕਰਦਾ ਹੈ? ਤੇ ਭਾਈ ਮੰਝ ਕਹਿੰਦਾ, ਸੱਚੇ ਪਾਤਸ਼ਾਹ, ਜੰਗਲ ਜਾਉਣਾ, ਲੱਕੜਾਂ ਕੱਟ ਕੇ ਲਿਆਉਣਾ ਤੇ ਕੱਟ ਕੇ ਲਿਆ ਕੇ ਲੰਗਰ ਦੇ ਵਿੱਚ ਭੇਟਾ ਕਰ ਦੇਣਾ। ਤੇ ਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ, ਲੰਗਰ ਚੋਂ ਪ੍ਰਸ਼ਾਦਾ ਛਕ ਲੈਣਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਲੱਕੜਾਂ ਭੇਟ ਕੀਤੀਆਂ, ਲੰਗਰ ਚੋਂ ਪ੍ਰਸ਼ਾਦਾ ਛਕ ਲਿਆ, ਫਿਰ ਹਿਸਾਬ ਕਿਤਾਬ ਤੇ ਬਰਾਬਰ ਹੋ ਗਿਆ, ਰਿਹਾ ਤਾਂ ਕੁਛ ਵੀ ਨਾ। ਤੇ ਫਿਰ ਭਾਈ ਮੰਝ ਅਗਲੀ ਵਾਰ ਤੋਂ ਜਿਸ ਵੇਲੇ ਜਾਂਦਾ, ਹੁਣ ਲੱਕੜ ਦੀਆਂ 2 ਪੰਡਾਂ ਚੱਕ ਕੇ ਲਿਆਉਂਦਾ। ਇੱਕ ਪੰਡ ਗੁਰੂ ਘਰ ਵਿੱਚ ਭੇਟ ਕਰਦਾ, ਦੂਜੀ ਪੰਡ ਬਾਜ਼ਾਰ ਵਿੱਚ ਵੇਚ ਕੇ ਆਪਣਾ ਜੀਵਨ ਬਤੀਤ ਕਰਦਾ। ਤੇ ਉਹੀ ਭਾਈ ਮੰਝ ਜਿਸ ਦਿਨ ਇੱਕ ਵੇਲੇ ਹਨੇਰੀ ਆਉਂਦੀ ਹੈ, ਖੂਹ 'ਚ ਡਿੱਗਦਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਜਾਂਦੇ ਨੇ ਭਾਈ ਮੰਝ ਨੂੰ ਕੱਢਣ ਵਾਸਤੇ। ਤੇ ਭਾਈ ਮੰਝ ਨੂੰ ਕਹਿੰਦੇ, ਭਾਈ ਮੰਝ ਬਾਹਰ ਆ ਜਾ। ਤੇ ਭਾਈ ਮੰਝ ਅੱਗੋਂ ਜਵਾਬ ਦਿੰਦਾ, ਕਹਿੰਦਾ, ਸੱਚੇ ਪਾਤਸ਼ਾਹ, ਪਹਿਲਾਂ ਇਹ ਲੱਕੜਾਂ ਦੀ ਪੰਡ ਬਾਹਰ ਕੱਢੋ ਤਾਂ ਕਿ ਗੁਰੂ ਘਰ ਲੰਗਰ ਪੱਕ ਸਕੇ, ਮੈਂ ਫਿਰ ਬਾਅਦ ਦੇ ਵਿੱਚ ਬਾਹਰ ਆਉਂਗਾ। ਤੇ ਗੁਰੂ ਪਾਤਸ਼ਾਹ ਨੇ ਜਿਸ ਵੇਲੇ ਉਹਨੂੰ ਬਾਹਰ ਕੱਢਿਆ, ਭਾਈ ਮੰਝ ਦੀ ਸੇਵਾ ਦੇਖ ਕੇ ਗੁਰੂ ਪਾਤਸ਼ਾਹ ਨੇ ਭਾਈ ਮੰਝ ਨੂੰ ਇੱਕ ਖਿਤਾਬ ਬਖਸ਼ਿਸ਼ ਕੀਤਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਗੜ ਹਾਰ। ਗੁਰੂ ਪਾਤਸ਼ਾਹ ਦੇ
ऐसे सिद्की सिख सन। समा अपनी चाले चलिया। इधर 1588 तो 1598 तक गुरु पातशाह ने प्रचार किया है, सिੱਖੀ बड़ी फैली। इसे समय ਦੇ ਵਿੱਚ गुरु हरगोबिंद पातशाह ਦਾ ਆਗਮਨ ਹੁੰਦਾ ਹੈ, गुरु की वडाली ਤੇ गुरु पातशाह ਉੱਥੇ 6 ਹਰਟਾਂ ਵਾਲਾ ਖੂਹ ਲਗਵਾਉਂਦੇ ਨੇ, ਜਿੱਥੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਸ਼ੋਭਾਇਮਾਨ ਹੈ। 1597 ਦੇ ਵਿੱਚ ਲਾਹੌਰ ਵਿੱਚ ਕਾਲ ਪਿਆ ਤੇ ਗੁਰੂ ਪਾਤਸ਼ਾਹ ਆਪਣੇ ਪੁੱਤਰ ਆਪਣੇ ਪਰਿਵਾਰ ਨੂੰ ਲੈ ਕੇ ਲਾਹੌਰ ਦੀ ਧਰਤੀ ਦੇ ਉੱਪਰ ਪੁੱਜੇ ਨੇ। ਪੁੱਤਰ ਨੂੰ ਪਿੱਠ ਦੇ ਉੱਪਰ ਬੰਨਿਆ ਹੋਇਆ ਤੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਕਾਲ ਪੈ ਚੁੱਕਿਆ। ਲਾਹੌਰ ਦੀਆਂ ਗਲੀਆਂ ਵਿੱਚ ਸੇਵਾ ਕਰਦੇ ਪਏ ਨੇ। ਜਿਹੜੇ ਲੋਕੀ ਤੜਪ ਰਹੇ ਨੇ ਉਹਨਾਂ ਨੂੰ ਦਵਾ ਦਾਰੂ ਦੇ ਰਹੇ ਨੇ। ਜਿਹੜੇ ਲੋਕੀ ਮਰ ਚੁੱਕੇ ਨੇ ਉਹਨਾਂ ਦੇ ਸ਼ਵ, ਉਹਨਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਦੇ ਉੱਪਰ ਚੁੱਕ ਕੇ ਲਾਹੌਰ ਦੀਆਂ ਗਲੀਆਂ ਚੋਂ ਬਾਹਰ ਲਿਜਾ ਕੇ ਉਹਨਾਂ ਦਾ ਸੰਸਕਾਰ ਪਏ ਕਰਦੇ ਨੇ। ਕੈਸੀ ਮਹਾਨ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਾਹੌਰ ਦੀ ਉਹ ਗਲੀਆਂ ਦੇ ਵਿੱਚ ਨਿਭਾਈ ਹੈ। ਇੱਕ ਸਮਾਂ ਸੀ ਲਾਹੌਰ ਦਾ ਜਿਸ ਵੇਲੇ ਗੁਰੂ ਪਾਤਸ਼ਾਹ ਸਿਆਰੀ ਮਲ ਜੀ ਦੇ ਲੜਕੇ ਦੀ ਵਿਆਹ ਦੇ ਵਿੱਚ ਜਾਂਦੇ ਨੇ। ਅੱਜ ਦੂਜਾ ਸਮਾਂ ਆਇਆ ਜਿਸ ਵੇਲੇ ਲਾਹੌਰ ਦੀ ਧਰਤੀ ਦੇ ਉੱਪਰ ਕਾਲ ਪਿਆ। ਗੁਰੂ ਪਾਤਸ਼ਾਹ ਸੇਵਾ ਕਾਲ ਕਮਾਈ ਕਰਦੇ ਪਏ ਨੇ ਤੇ ਪਟ ਕਲਸਹਾਰ ਜੀ ਨੇ ਇਹ ਗੱਲ ਬਿਆਨ ਕੀਤੀ। ਉਹ ਕਹਿੰਦੇ ਕੁਲ ਹੈ ਪੰਜਨ ਪਰ ਪੀਰ ਨਿਵਾਰਕ। ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਪੈ ਪੰਜਨ ਪਰ ਪੀਰ ਨਿਵਾਰਕ, ਤੁਸੀਂ ਲੋਕਾਂ ਦੀ ਪੀੜਾ ਹਰਨ ਵਾਲੇ ਹੋ। ਕਲਸਹਾਰ ਤੋਹਿ ਜਸ ਬਖਤਾ, ਇਹ ਕੱਲ ਕਵੀ ਜਿਹੜਾ ਤੁਹਾਡਾ ਜਸ ਗਾਇਨ ਕਰਦਾ ਹੈ। ਕੁਲ ਸੋਢੀ, ਉਹ ਸੋਢੀਆਂ ਦੀ ਕੁਲ ਦੇ ਵਿੱਚ ਜਨਮ ਲੈਣ ਵਾਲੇ ਗੁਰੂ ਰਾਮਦਾਸ ਤਨ, ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਇਹ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਹੱਥ ਦੇ ਵਿੱਚ ਧਰਮ ਦੀ ਤੁਜਾ ਹੈ, ਤੁਸੀਂ ਲੋਕਾਂ ਦੀ ਪੀੜਾ ਨੂੰ ਹਰਨ ਵਾਲੇ ਹੋ। ਉਸੇ ਸਮੇਂ ਦੇ ਅੰਦਰ ਈਸਾਈ ਮਤ ਦੇ ਪ੍ਰਚਾਰਕ ਉੱਥੇ ਆਏ ਹੋਏ ਸਨ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਸੇਵਾ ਦੀ। ਤੇ ਉਹਨਾਂ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੇਵਾ ਨੂੰ ਤੱਕਿਆ ਤੇ ਉਹਨਾਂ ਨੇ ਆਪਣੇ ਹੈੱਡਕੁਆਟਰ ਚਿੱਠੀ ਲਿਖੀ ਹੈ। ਕਹਿਣ ਲੱਗੇ ਜਿਹੜੇ ਸੇਵਾ ਦੇ ਪੂਰਨੇ ਗੁਰੂ ਅਰਜਨ ਪਾਤਸ਼ਾਹ ਇਸ ਲਾਹੌਰ ਦੀ ਧਰਤੀ ਦੇ ਉੱਪਰ ਪਾ ਰਹੇ ਹਨ, ਉਹਨਾਂ ਦੀ ਸੇਵਾ ਦੇ ਅੱਗੇ ਸਾਡੀ ਸੇਵਾ ਕਿਸੇ ਕੰਮ ਦੀ ਨਜ਼ਰ ਨਹੀਂ ਆਉਂਦੀ। ਸਾਡੀ ਸੇਵਾ ਕੁਝ ਵੀ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਜਿਸ ਵੇਲੇ ਵਾਪਸ ਆਏ, ਗੁਰੂ ਪਾਤਸ਼ਾਹ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੀ ਤਿਆਰੀ ਆਰੰਭ ਕਰਾਈ ਹੈ। ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਗਈ। ਭਾਈ ਗੁਰਦਾਸ ਜੀ ਨੇ ਲਿਖਣਾ, ਗੁਰੂ ਅਰਜਨ ਪਾਤਸ਼ਾਹ ਨੇ ਲਿਖਾਉਣਾ। ਇਸੇ ਸਮੇਂ ਦੇ ਵਿੱਚ ਉਸ ਸਮੇਂ ਦੇ ਸਮਕਾਲੀ ਕਵੀ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆਏ। ਇਹ ਸਾਰੇ ਇੱਕ ਕਾਰਨ ਬਣੇ ਹਨ। ਭਾਈ ਮੰਝ ਦਾ ਸਿੱਖੀ ਦੇ ਦਾਇਰੇ ਵਿੱਚ ਆਣਾ, ਤਰਨ ਤਾਰਨ ਸ਼ਹਿਰ ਵਸਾਉਣਾ, ਤਰਨ ਤਾਰਨ ਸਰੋਵਰ, ਤਰਨ ਤਾਰਨ ਗੁਰਦੁਆਰਾ, ਉੱਥੇ ਸਿੱਖੀ ਦਾ ਪ੍ਰਚਾਰ ਹੋਣਾ, ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਹੋਣਾ, ਇਹ ਗੁਰੂ ਅਰਜਨ ਪਾਤਸ਼ਾਹ ਦੀ ਮਹਿਮਾ ਫੈਲੀ ਤੇ ਇਹ ਸਾਰੇ ਇੱਕ ਸ਼ਹੀਦੀ ਦੇ ਕਾਰਨ ਬਣੇ। ਜਿਸ ਵੇਲੇ ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖਵਾਈ, ਗੁਰੂ ਪਾਤਸ਼ਾਹ ਕੋਲ ਕਵੀ ਜਨ ਆਏ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੀ ਬਾਣੀ ਵੀ ਇਸ ਬੀੜ ਵਿੱਚ ਸ਼ਾਮਿਲ ਕਰੋ। ਸਾਨੂੰ ਪਤਾ ਲੱਗਿਆ ਤੁਸੀਂ ਗ੍ਰੰਥ ਲਿਖਵਾਉਂਦੇ ਪਏ ਹੋ, ਤੁਸੀਂ ਕਿਰਪਾ ਕਰੋ ਸਾਡੀ ਵੀ ਬਾਣੀ ਇਹਦੇ ਵਿੱਚ ਸ਼ਾਮਿਲ ਕਰੋ। ਤੁਸੀਂ ਕਹਿੰਦੇ ਹੋ ਕੋਈ ਜਾਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਾਰੇ ਇੱਕ ਬਰਾਬਰ ਨੇ, ਸਾਡੀ ਬਾਣੀ ਨੂੰ ਵੀ ਦਰਜ ਕੀਤਾ ਜਾਏ। ਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੁਹਾਡੀ ਬਾਣੀ ਗੁਰਮਤਿ ਸਿਧਾਂਤਾਂ ਦੇ ਉੱਪਰ ਖੜੀ ਉਤਰਦੀ ਹੋਏਗੀ ਤੇ ਅਸੀਂ ਇਸ ਬਾਣੀ ਨੂੰ ਇਸ ਬੀੜ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਆਦ ਬੀੜ ਦੇ ਵਿੱਚ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ। ਸਭ ਤੋਂ ਪਹਿਲਾਂ ਕਾਨਾ ਅੱਗੇ ਹੋਇਆ, ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਆਪਣੀ ਬਾਣੀ ਦਰਜ ਕਰਾਣੀ ਚਾਹਨਾ। ਤੇ ਗੁਰੂ ਪਾਤਸ਼ਾਹ ਕਹਿ ਕਿਆ ਦੱਸੋ। ਉਹ ਕਹਿਣ ਲੱਗਾ ਮੈਂ ਉਹ ਹੀਰੇ ਜਾਂ ਕੋ ਬੇਦ ਪ੍ਰਾਣ ਜਿਸ ਗਾਵੇ, ਖੋਜ ਦੇਖੋ ਮਤ ਕੋਈ ਰੇ। ਗੁਰੂ ਪਾਤਸ਼ਾਹ ਕਹਿਣ ਲੱਗੇ ਕਾਨਾ ਮੈਂ ਉਹ ਹੀਰੇ, ਇੱਥੇ ਤਾਂ ਮੈਂ ਦੀ ਗੱਲ ਹੀ ਨਹੀਂ ਹੈ। ਇੱਥੇ ਤਾਂ ਗੱਲ ਹੀ ਤੂੰ ਹੀ ਦੀ ਗੱਲ ਹੈ, ਤੂੰ ਹੀ ਨਿਰੰਕਾਰ ਦੀ ਗੱਲ ਹੈ। ਇੱਥੇ ਮੈਂ ਦੀ ਕੋਈ ਗੱਲ ਨਹੀਂ। ਹਉਮੈ ਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਅਸਥਾਨ ਨਹੀਂ ਹੈ। ਅੱਗੇ ਛੱਜੂ ਅੱਗੇ ਹੋਇਆ, ਉਹ ਕਹਿਣ ਲੱਗਾ ਫਿਰ ਮੇਰੀ ਬਾਣੀ ਦਰਜ ਕਰ ਲਓ। ਗੁਰੂ ਪਾਤਸ਼ਾਹ ਕਹਿਣ ਲੱਗੇ ਛੱਜੂ ਦੱਸ ਤੂੰ ਕੀ ਸੁਣਾਉਣਾ ਚਾਹੁੰਦਾ ਹੈ। ਛੱਜੂ ਕਹਿਣ ਲੱਗਾ ਕਾਗਤ ਕੇਰੀ ਪੁੱਤਰੀ ਤੋ ਨਾ ਤੇਰਿਆ ਨੇ ਹਾਰ। ਇਸ ਲਈ ਕਾਗਤ ਦੀ ਵੀ ਬਣੀ ਹੋਵੇ ਤਾਂ ਵੀ ਉਹਨੂੰ ਅੱਖ ਭਰ ਕੇ ਨਹੀਂ ਦੇਖਣਾ ਚਾਹੀਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਸਿਧਾਂਤ ਨਹੀਂ, ਗੁਰੂ ਨਾਨਕ ਦੇ ਘਰ ਦਾ
सिद्धांत ही कुछ होर है छज्जू। वो तो ये गल कहंदे ने गुरु साहब, सो क्यों मंदा आखिए जित जम्मे राजान। फिर पीलू अगे होया, वो कहन लगा मेरी बाणी दर्ज कर लो। गुरु पातशाह ने उसकी गल सुनी, वो कहन लगा असा नालो से भले जमदियां मर गए। गुरु पातशाह कहन लगे पीलू इन्नी निराश था, जीवन विच निराश होने नाल काम नहीं चलता, इत्थे तां मार्ग ही कुछ होर है। अगां को तरांग पिछा फेर ना मुड़ड़ा, पाछे पांव ना दीजे, आगे होए सो होए। ते शाह हुसैन अगे होंदा कहन लगा गुरु पातशाह फिर मेरी बाणी गुरु ग्रंथ साहब विच दर्ज करो। शाह हुसैन कहन लगा चुप वे अड़िया, चुप वे अड़िया, बोलन दी नहीं, चाह वे अड़िया, चुप वे अड़िया, चुप वे अड़िया। ते गुरु अर्जन पातशाह कहन लगे शाह हुसैन ये गुरु नानक दे घर दे सिद्धांत नहीं है। गुरु नानक दे घर दा तां सिद्धांत है जब लग दुनिया रहीए नानक, किछ सुनिए किछ कहिए। ये सारे इकट्ठे हुए, शाह हुसैन, छज्जू, पीलू, काना, पृथी चंद, सखी सरवरियां दा डेरा ढह जाना। इस तो बाद कारण बनया जिस वेले गुरु हरगोबिंद पातशाह दे वास्ते चंदू दी लड़की सदा कौर दा रिश्ता आया। रिश्ता पक्का हुंदा है ते आके खबर दिंदे ने चंदू दे अहलकार कि असी तेरी लड़की दा रिश्ता गुरु हरगोबिंद पातशाह नाल पक्का कराए। ते अगो चंदू कहंदा एक ही काम कर आयो, तुसी चुबारे दी इट मोहरी नूं ला आयो। ते जिस वेले गुरु पातशाह नूं पता लग्या, गुरु पातशाह इस गल तो इनकार कर दिंदे, कहंदे हुण ये रिश्ता नहीं होना। चंदू एक बहुत वड्डा, चंदू भी एक कारण सी। इस तो बाद शेख अहमद सरहंदी, शेख फरीद बुखारी ਜਿਹੜੇ ਇੱਕ ਇਸਲਾਮ ਦੇ ਪਰਚਮ ਨੂੰ ਸਾਰੇ ਦੁਨੀਆ ਦੇ ਵਿੱਚ ਫੈਲਾਣਾ ਚਾਹੁੰਦੇ ਸਨ ਤੇ ਜਹਾਂਗੀਰ ਦੇ ਕੰਨ ਭਰਨ ਵਾਲੇ ਸਨ। ਹਰ ਟਾਈਮ ਜਹਾਂਗੀਰ ਨੂੰ ਹਰ ਚੀਜ਼ ਦੀ, ਹਰ ਟਾਈਮ ਦੀ ਇਤਲਾਹ ਦੇਣੀ ਵੀ ਕਿੱਥੇ ਕੀ ਹੋ ਰਿਹਾ। ਉਹਨਾਂ ਨੇ ਖਬਰਾਂ ਪਹੁੰਚਾਈਆਂ ਕਿ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਗ੍ਰੰਥ ਤਿਆਰ ਕੀਤਾ ਹੈ ਜਿਹਦੇ ਵਿੱਚ ਇਸਲਾਮ ਦੀ ਤੋਹੀਨ ਦੇ ਸ਼ਬਦ ਹਨ। ਹਾਲਾਂਕਿ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਕਲੈਰੀਫਾਈ ਵੀ ਕੀਤਾ कि जहांगीर तू केवल सुनिया ही है कि गुरु ग्रंथ साहब महाराज दे अंदर इस्लाम दी तौहीन दे शब्द हैं। जे पढ़िया हुंदा ना तां तैनूं ये गल पता लगदी। इहदे विच आ भी लिखिआ है उठ फरीदा उजू साज सुबह निवाज गुजार, जो सिर साईं ना निवे सो सिर कपोतार। इहदे विच ये भी लिखिआ है अव्वल अल्लाह नूर उपाया कुदरत के सब बंदे, एक नूर ते सब जग जिया कौन भले को मंदे। गुरु पातशाह ने एक गल्लां समझाइयां पर जहांगीर ने खुसरो की बगावत का इल्जाम गुरु अर्जन पातशाह के उपर लाया। सारिਆਂ ਦੇ ਕਹਿਣ ਦੇ ਉੱਪਰ ਇਹ जहांगीर तुझके जहांगीरी ਵਿੱਚ ਲਿਖਦਾ ਹੈ, ਕਹਿੰਦਾ ਮੈਂ ਬਹੁਤ ਸਮੇਂ ਤੋਂ ਇਹ ਚਾਹੁੰਦਾ ਸੀ, ਜਿਹੜਾ ਅਕਬਰ ਸੀ ਉਹ ਜਹਾਂਗੀਰ ਨੂੰ ਗੱਦੀ ਨਹੀਂ ਦੇਣਾ ਚਾਹੁੰਦਾ ਸੀ, ਉਹ ਆਪਣੇ ਪੋਤਰੇ ਖੁਸਰੇ ਨੂੰ ਗੱਦੀ ਦੇਣਾ ਚਾਹੁੰਦਾ ਸੀ ਕਿਉਂਕਿ ਉਹ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਇਸ ਦੇ ਇਰਾਦੇ ਠੀਕ ਨਹੀਂ ਹਨ। ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ ਤੇ ਜਹਾਂਗੀਰ ਨੇ ਇਲਜ਼ਾਮ ਲਾਇਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ ਖੁਸਰੋ ਦਾ ਸਾਥ ਦਿੱਤਾ ਹੈ, ਖੁਸਰੋ ਨੂੰ ਪ੍ਰਸ਼ਾਦਾ ਛਕਾਇਆ, ਖੁਸਰੋ ਨੂੰ ਆਸ਼ੀਰਵਾਦ ਦਿੱਤਾ ਹੈ। ਤੇ ਤੁਝਕੇ ਜਹਾਂਗੀਰ ਵਿੱਚ ਲਿਖਦਾ ਹੈ ਮੈਂ ਇਸ ਚੂੜ ਦੀ ਦੁਕਾਨ ਨੂੰ ਜਿਹੜੀ ਗੁਰੂ ਅਰਜਨ ਪਾਤਸ਼ਾਹ ਨੇ ਅਰਜਨ शेख हिंदू पीरा शेखा ने चलाई हुई है, मैं इस झूठ की दुकान नूं बंद कर देनी चाहना। ते उस इल्जाम नूं लांदियां होया ऑर्डर करता है, कहता है कि गुरु अर्जन पातशाह नूं शहादत का जाम दिता जाए ते यासा दे कानून दे हेठ गुरु अर्जन पातशाह नूं शहीद किया जाए। हुण यासा का कानून की है? यासा का कानून चंगेज खान ने तैयार किया सी ते उसने एक कानून बनाया जिहदे विच एक गल कही कि शहीद होने वाले का एक भी खून का तुपका जिहड़ा वो धरती के उपर नहीं डिगना चाहिए। ये यासा का कानून है। गुरु अर्जन पातशाह ने यासा के कानून हेठ शहीद करने का हुक्म होया ते गुरु अर्जन पातशाह ने अपना शहीदी का समा नजदीक जाके इधर दरबार साहिब की धरती के उपर गुरु हरगोबिंद पातशाह नूं अपने पुत्र नूं बुलाया ते केसर सिंह छिवर के अनुसार संगतां दी बांह गुरु हरगोबिंद पातशाह नूं फड़ाई। ते केसर सिंह छिवर लिख रहा है, कहता है गुरु अर्जन पातशाह नूं पता सी असी लाहौर जाना है ते शहीद हो जाना है, मुड़ के वापस नहीं आना। परिवार नूं भी ये गल पता सी, गुरु हरगोबिंद पातशाह नूं भी पता सी, माता गंगा जी नूं भी पता सी। गुरु अर्जन पातशाह
ਨਤਮਸਤਕ ਹੁੰਦੇ ਨੇ ਦਰਬਾਰ ਸਾਹਿਬ ਤੇ ਪਰਿਕਰਮਾ ਕਰਦੇ ਨੇ। ਤੇ ਕਰਨ ਤੋਂ ਬਾਅਦ ਜਿਸ ਵੇਲੇ ਜਾਣ ਲੱਗਦੇ ਨੇ, ਕੇਸਰ ਸਿੰਘ ਛਿਵਰ ਲਿਖਦਾ, ਕਹਿੰਦਾ ਸਾਡਾ ਲੱਗੇਗਾ ਸ਼ੀਸ਼ ਇਹ ਨਿਸ਼ਚਾ ਆਇਆ, ਅਸੀਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਸ਼ਰੀਰ ਹੈ ਛੁਟਣਾ, ਸ਼ੰਸ਼ਾ ਨਹੀਂ ਕੋਈ, ਰਜਾਏ ਖਾਵੰਤ ਦੀ ਹੈ ਇਸ ਤਰ੍ਹਾਂ ਹੋਈ। ਉਸ ਖੁਦਾ ਦੀ, ਉਸ ਅੱਲਾਹ ਤਾਲਾ ਦੀ, ਉਸ ਪਰਮਾਤਮਾ ਦੀ ਰਜ਼ਾ ਇਹ ਹੈ ਅਸੀਂ ਸ਼ਹੀਦ ਹੋਣਾ ਹੈ। ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੰਗਤਾਂ ਦੀ ਬਾਹ ਫੜਾਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਕੋਲੋਂ ਤਿਲਕ ਦਵਾਇਆ। ਅੱਜ ਚੱਲੇ ਨੇ ਲਾਹੌਰ ਦੀ ਧਰਤੀ ਦੇ ਵੱਲ, ਤੇ ਉਹੀ ਲਾਹੌਰ ਦੀ ਧਰਤੀ ਜਿਸ ਧਰਤੀ ਦੇ ਉੱਪਰ ਕਦੀ ਗੁਰੂ ਅਰਜਨ ਪਾਤਸ਼ਾਹ ਨੇ ਮੁਰਦਿਆਂ ਨੂੰ ਚੁੱਕ ਕੇ ਬਾਹਰ ਲਿਜਾ ਕੇ ਉਹਨਾਂ ਦਾ ਸੰਸਕਾਰ ਕੀਤਾ, ਉਹੀ ਲਾਹੌਰ ਦੀ ਧਰਤੀ ਜਿਸ ਧਰਤੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਮੁਰਦਿਆਂ ਦੀ, ਜਿਹੜੇ ਲੋਕੀ ਮਰ ਰਹੇ ਸਨ, ਉਹਨਾਂ ਦੇ ਮੁਖ ਵਿੱਚ ਦਵਾ ਦਾਰੂ ਪਾ ਕੇ ਉਹਨਾਂ ਨੂੰ ਜੀਵਤ ਕੀਤਾ, ਉਹਨਾਂ ਦੀ ਸੇਵਾ ਸੰਭਾਲ ਕੀਤੀ। ਅੱਜ ਉਸੇ ਲਾਹੌਰ ਦੀ ਧਰਤੀ ਦੇ ਉੱਪਰ ਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਗਿਆ। ਕਈ ਕਹਿੰਦੇ ਚੰਦੂ ਦੀ ਹਵੇਲੀ ਦੇ ਵਿੱਚ ਵੀ ਉਹਨਾਂ ਨੂੰ ਰੱਖਿਆ ਗਿਆ ਗ੍ਰਿਫਤਾਰ ਕਰਕੇ। ਗੁਰੂ ਪਾਤਸ਼ਾਹ ਨੂੰ 5 ਦਿਨ ਤਸੀਹੇ ਦਿੱਤੇ ਗਏ। ਤਪਦੀ ਰੇਤ, ਤਪਦੀ ਤਤੀ ਤਵੀ, ਦੇਗ ਦੇ ਉਬਾਲੇ ਗੁਰੂ ਪਾਤਸ਼ਾਹ ਨੂੰ ਦਿੱਤੇ ਗਏ। ਸਭ ਤੋਂ ਪਹਿਲਾਂ ਦੇਗ ਵਿੱਚ ਉਬਾਲ ਕੇ ਗੁਰੂ ਪਾਤਸ਼ਾਹ ਨੂੰ ਤਸੀਹੇ ਦਿੱਤੇ ਗਏ। ਦੂਸਰੇ ਦਿਨ ਗੁਰੂ ਪਾਤਸ਼ਾਹ ਨੂੰ ਤਤੀ ਤਵੀ ਦੇ ਉੱਪਰ ਬਿਠਾਇਆ ਗਿਆ। ਇੱਧਰ ਸਾਈਂ ਮੀਆਂ ਮੀਰ ਨੂੰ ਖਬਰ ਲੱਗਦੀ ਹੈ ਤੇ ਦੌੜਦਾ ਹੋਇਆ ਆਂਦਾ ਹੈ, ਗੁਰੂ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ ਇੱਕ ਐਸਾ ਸਮਾਂ ਹੈ, ਇੱਕ ਐਸੀ ਸਮਾਂ ਆ ਗਿਆ ਕਿ ਤੁਹਾਨੂੰ ਤਤੀ ਤਵੀ ਦੇ ਉੱਪਰ ਬਿਠਾਇਆ ਗਿਆ ਹੈ। ਕਿਉਂਕਿ ਇਹ ਸਾਈਂ ਮੀਆਂ ਮੀਰ ਉਹੀ ਹੈ ਜਿਸਨੇ ਗੁਰੂ ਪਾਤਸ਼ਾਹ ਨੂੰ ਕਦੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਚਵਰ ਚੁਲਦਿਆਂ ਹੋਇਆ ਤੱਕਿਆ, ਜਿਸਨੇ ਗੁਰੂ ਪਾਤਸ਼ਾਹ ਦੇ ਉੱਪਰ ਚੌਰ ਚੁਲਦਾ ਹੋਇਆ ਤੱਕਿਆ, ਜਿਸਨੇ ਗੁਰੂ ਪਾਤਸ਼ਾਹ ਨੂੰ ਕੀਰਤਨ ਕਰਦਿਆਂ ਸੁਣਿਆ, ਜਿਸਨੇ ਗੁਰੂ ਪਾਤਸ਼ਾਹ ਨੂੰ ਸਿੱਖ ਆਲੇ ਦੁਆਲੇ ਖੜੇ ਹੋਏ ਤੱਕੇ, ਅਹਲਕਾਰ ਤੱਕੇ। ਅੱਜ ਉਹ ਸਮਾਂ ਆਇਆ ਤੇ ਸਾਈਂ ਮੀਆਂ ਮੀਰ ਕਹਿੰਦਾ ਸੱਚੇ ਪਾਤਸ਼ਾਹ ਇੱਕ ਐਸਾ ਸਮਾਂ ਆ ਗਿਆ ਕਿ ਤੁਹਾਨੂੰ ਤਤੀ ਤਵੀ ਦੇ ਉੱਪਰ ਬਿਠਾਇਆ, ਵਰਤ ਰਿਹਾ ਹੈ ਖੂਨੀ ਕਾਰਾ। ਸਾਈਂ ਮੀਆਂ ਮੀਰ ਨੇ ਕਿਹਾ ਆ ਕੇ, ਵਰਤ ਰਿਹਾ ਹੈ ਖੂਨੀ ਕਾਰਾ, ਭਾਮੜ ਵਾਂਗੂ ਜਲਵਲ ਉੱਠਿਆ, ਕਹਿੰਦਾ ਸਤਿਗੁਰ ਕਰੋ ਇਸ਼ਾਰਾ, ਪਾਪੀ ਦੁਸ਼ਟਾਂ ਨੂੰ ਕੀਤੀ ਦਾ ਉਹ ਜੀ ਕਰਦਾ ਹੈ ਮਜ਼ਾ ਚਖਾਵਾਂ, ਦਿੱਲੀ ਅਤੇ ਲਾਹੌਰ ਸ਼ਹਿਰ ਦੀ ਨਾਲ ਇੱਟ ਵਜਾਵਾਂ, ਉਹ ਐਸੇ ਪੱਥਰ ਦਿਲ ਜਰਵਾਣੇ ਹਰਗਿਜ਼ ਜ਼ਿੰਦਾ ਰਹਿਣ ਨਹੀਂ ਦੇਣੇ, ਉਹ ਪ੍ਰਾਣਾ ਤੋਂ ਪਿਆਰੇ ਮਾਹੀ ਨੂੰ ਹੋਰ ਕਸ਼ਟ ਮੈਂ ਸਹਿ ਨਹੀਂ ਦੇਣੇ। ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਹੁਕਮ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਪਰ ਗੁਰੂ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਇੱਕ ਨਹੀਂ ਤੁਸੀਂ ਰੱਖੀ ਸੀ, ਅੱਜ ਇੱਕ ਨਹੀਂ ਅਸੀਂ ਰੱਖਣ ਲੱਗੇ ਹਾਂ। ਤੁਸੀਂ ਹਰਮੰਦਰ ਦੀ ਨੀਂਹ ਰੱਖੀ ਸੀ, ਅਸੀਂ ਅੱਜ ਸ਼ਹੀਦਾਂ ਦੇ ਮਹਲ ਦੀ ਨੀਂਹ ਰੱਖਣ ਲੱਗੇ ਹਾਂ। ਸਾਈਂ ਮੀਆਂ ਮੀਰ जितने इस तन पर पड़ेंगे छाले, मेरे सिख होंगे उतने ही सिदक वाले। पर अफसोस की गल अज साडे अंदर वो सिदक नहीं है, अज साडे अंदर वो भरोसा नहीं है, अज साडे अंदर वो विश्वास नहीं है जिहड़ा विश्वास गुरु अर्जन देव पातशाह साडे विचों देखना चाहुंदे सन, जिहड़ा भरोसा गुरु अर्जन पातशाह साडे विचों लभना चाहुंदे सन। अज असीं वो विश्वास गुरु अर्जन पातशाह नूं नहीं दिखा पाए। साईं मियां मीर पुछदा सच्चे पातशाह इस तन नूं गालण दे विच, इस तन नूं शहीद करन दे विच किहड़े फल की प्राप्ति होंदी है? ते गुरु अर्जन पातशाह कहण लगे साईं मियां मीर जिस तरीके दे नाल कलम नूं कट के धरती दे विच बीज दिओ ਉਹਦੇ ਵਿੱਚ फल पैदा ਹੁੰਦਾ है, पौधे लगते हैं, फिर ਉਹਦੇ ਵਿੱਚ फुल पैदा होंदे ने। इसे तरीके दे नाल शहीद की मौत कभी अजाई नहीं जाती। शहीद की जो मौत है वो कौम की हयात है। हयात कहंदे अमृत, कहंदे शहीद की जो मौत है वो कौम की हयात है। हयात भी हयात है, अमृत का अमृत है ही है, हयात भी हयात है और मौत भी हयात है। साईं मियां मीर दी अखां विचों पुब्बां निकल आईयां, अथरू डुलदे पए सन ते कवि ने बड़ा शानदार लिखिया, कहंदा चारों तरफ अग वरसे, शेख सीतन सार दा छाले छाले हो गया, जुस्सा सच्ची सरकार दा, साईं मियां मीर डिठा हाल आदद यार दा, होके व्याकुल रो पिया, चीख ते ढाई मारदा, कहा सतगुर मियां छोड़ो प्रीति चाम से, कहा सतगुर मियां छोड़ो प्रीति चाम से, क्या हुआ तन जल रहा मन शांत है हर नाम से। मेरा
मन उस परमात्मा दे नाम नाल शांत है। मैं तत्ती तवी ते बैठा, साईं मियां मीर तत्ती तवी नूं तत्या रहन दे, तत्ती रेत नूं तत्या रहन दे, उबलदी देग नूं उबलदिया रहन दे, पर परमात्मा दा नाम मेरे हृदय अंदर वसिया, मैनू उस शीतलता प्रदान करदा पिया। सोए सुनंदड़ी मेरा तन मन मौला, नाम जपंदड़ी लाली, पंथ जलंदड़ी मेरा अंदर ठंडा, गुरदर्शन देख निहाली। सारे तत्ते ने, हैरानी दी गल है, सारे ही तत्ते ने। पृथ्वी चंद तत्ता, बीरबल तत्ता, चंदू तत्ता, पीलू तत्ता, काना तत्ता, छज्जू तत्ता, शाह हुसैन तत्ता, शेख फरीद बुखारी तत्ता, मुर्तजा खान तत्ता, जहांगीर तत्ता, तत्ती रेत तत्ती, उबलदी देख तत्ती, तत्ती तवी तत्ती, सब तत्ते, सूरज तत्ता, जेठ महीना तत्ता, पर एक शांत ने ਤਾਂ गुरु अर्जन देव महाराज ने। साईं मियां मीर कहंदा, गुरु पातशाह ਇਹ बर्फ ਦੇ ਪਹਾੜ, ਇਹ ਲੋਕਾਂ ਦੇ ਹਿਰਦਿਆਂ ਨੂੰ ਠੰਡ ਦੇਣ ਵਾਲਿਆ, ਇਹ ਕੀ ਕਹਿਰ ਕਮਾ ਰਿਹਾ ਹੈ। ਪਾਂਦੀ ਨਨਕਾਣਵੀ ਨੇ ਬੜਾ ਸੁੰਦਰ ਲਿਖਿਆ, ਕਿਉਂਕਿ ਸਾਈਂ ਮੀਆਂ ਮੀਰ ਨੇ ਗੁਰੂ ਅਰਜਨ ਪਾਤਸ਼ਾਹ ਦੇ ਉੱਪਰ ਕਲਸ਼ ਚੁੱਲਦਾ ਹੋਇਆ ਤੱਕਿਆ ਸੀ। ਤੇ ਪਾਂਦੀ ਨਨਕਾਣਵੀ ਆਪਣੇ ਵਿਚਾਰ ਲਿਖਦਾ, ਕਹਿੰਦਾ ਜਿਹਦੇ ਸ਼ੀਸ਼ ਤੇ ਕਦੀ ਸੀ ਕਲਸ਼ ਚੁੱਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਿਆਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਤੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਉਹ ਸੀਨਾ ਜਪਦਾ ਤਪਦਾ ਠਾਰਨੇ ਨੂੰ ਤਨ ਆਪਣਾ ਸਾਲ ਵਿਖਾ ਰਿਹਾ ਸੀ। ਉਹ ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਉਹ ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਉਹ ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਗੁਰੂ ਅਰਜਨ ਦੇਵ ਮਹਾਰਾਜ ਸਨ ਜਿਨ੍ਹਾਂ ਨੇ ਤੱਤੀ ਤਵੀ ਦੇ ਉੱਪਰ ਵੀ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡਿਆ। ਕਹਿਣਾ ਬਹੁਤ ਸੌਖਾ, ਤੱਤੀ ਤਵੀ ਤੇ ਬਿਠਾ ਦਿੱਤਾ ਗਿਆ। ਤਵੀ ਇੰਨੀ ਤੱਤੀ ਸੀ, ਬਿਠਾਇਆ ਜਾਏ ਨਾ ਤੇ ਜਿਸ ਵੇਲੇ ਉਠਾਇਆ ਜਾਏ, ਜਿਹੜਾ ਮਾਸ ਹੈ ਸਰੀਰ ਨਾਲੋਂ, ਹੱਡੀਆਂ ਜੁਦਾ ਹੋ ਜਾਂਦੀਆਂ ਨੇ, ਮਾਸ ਜੁਦਾ ਹੋ ਜਾਂਦਾ। ਪਰ ਗੁਰੂ ਅਰਜਨ ਪਾਤਸ਼ਾਹ ਨੇ ਇੱਕੋ ਗੱਲ ਕਹੀ ਸੀ, ਸਾਈਂ ਮੀਆਂ ਮੀਰ ਸਿੱਖ ਨਾਲ ਸਨ, ਇੱਕੋ ਗੱਲ ਕਹੀ ਸੀ, ਇੱਕੋ ਬਚਨ ਕਹੇ ਸਨ, ਮੁਰਤਜ਼ਾ ਖਾਨ ਜਹਾਂਗੀਰ ਚੇਤਾ ਰੱਖੀ, ਮੇਰੀ ਆਵਾਜ਼ ਨੂੰ ਦਬਾਣਾ ਤਾਂ ਮੁਮਕਿਨ ਹੈ, ਪਰ ਆਉਣ ਵਾਲੇ ਸਮੇਂ ਦੇ ਅੰਦਰ ਹਰਗੋਬਿੰਦ ਦੀ ਤਲਵਾਰ ਨੂੰ ਕੋਈ ਰੋਕ ਨਹੀਂ ਸਕਦਾ। मेरी सदा को दबाना तो मुमकिन है, लेकिन बदलते वक्त की रफ्तार कौन रोकेगा। असीलो फातशान बहुत बुलंद सही, मगर हयात की ललकार कौन रोकेगा। वो मेरे ख्यालों की प्रवास को रोकने वालों, गुरु हरगोबिंद की तलवार कौन रोकेगा। गुरु अर्जन पातशाह ने यह बचन कहे ਤੇ ਉਹਨਾਂ ਨੂੰ ਅੰਤਲਾ ਤਸੀਹਾ ਰਾਵਿਜ ਵਿੱਚ ਰੋਲ ਕੇ ਸ਼ਹੀਦ ਕੀਤਾ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹਾਦਤ ਦਾ ਜਾਮ ਦਿੱਤਾ ਗਿਆ। ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਪਾਤਸ਼ਾਹ ਇੱਕ ਸਿਖਰ ਨੇ ਸ਼ਹੀਦੀ ਦਾ। ਗੁਰੂ ਅਰਜਨ ਪਾਤਸ਼ਾਹ ਸਿਖਰ ਨੇ, ਪਰ ਇਹ ਸ਼ਹਾਦਤ ਨੇ ਸਾਨੂੰ ਦਿੱਤਾ ਕੀ? ਇਹ ਸ਼ਹਾਦਤ ਨੇ ਸਾਨੂੰ ਦਿੱਤਾ ਅਕਾਲ ਤਖਤ ਸਾਹਿਬ। ਇਹ ਸ਼ਹਾਦਤ ਨੇ ਸਾਨੂੰ ਦਿੱਤਾ ਮੀਰੀ ਪੀਰੀ ਦਾ ਸਿਧਾਂਤ। ਇਹ ਸ਼ਹਾਦਤ ਨੇ ਸਾਨੂੰ ਦਿੱਤਾ ਦਲ ਪੰਜਨ ਗੁਰਸੂਰਮਾ ਬੜ ਜੋਧਾ ਬਹੁਪਰ ਉਪਕਾਰੀ। ਤੇ ਮੈਂ ਅੰਤਲੀ ਗੱਲ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ, ਸਮਾਂ ਹੋ ਗਿਆ। ਅੱਜ ਬੜੇ ਅਫਸੋਸ ਦੀ ਗੱਲ ਹੈ, ਇਤਨੀ ਮਹਾਨ ਸ਼ਹਾਦਤ ਨੂੰ ਅੱਜ ਅਸੀਂ ਆਪਣੇ ਨੌਜਵਾਨਾਂ ਤੱਕ ਨਹੀਂ ਪਹੁੰਚਾ ਪਾ ਰਹੇ। ਅੱਜ ਕਿਸੇ ਨੌਜਵਾਨ ਦੇ ਕੋਲੋਂ ਪੁੱਛ ਕਰੀਏ ਨਾ, ਅੱਜ ਕਿਹੜਾ ਗੁਰਪੁਰਬ ਹੈ, ਉਹ ਕਹਿੰਦਾ ਜੀ ਅੱਜ ਰੁਆਬਜ਼ੇ ਵਾਲਾ ਗੁਰਪੁਰਬ ਹੈ, ਅੱਜ ਛਬੀਲ ਵਾਲਾ ਗੁਰਪੁਰਬ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਪੁਰਬ ਪੁੱਛਿਆ ਅੱਜ ਕਿਹੜਾ ਗੁਰਪੁਰਬ ਹੈ, ਇਹ ਕੱਚੀ ਲੱਸੀ ਵਾਲਾ ਗੁਰਪੁਰਬ ਹੈ। ਆਓ ਯਤਨ ਕਰੀਏ, ਸਾਰੇ ਇਕੱਠੇ ਹੋ ਕੇ ਇੱਕ ਹੱਲਾ ਮਾਰੀਏ, ਨੌਜਵਾਨਾਂ ਤੱਕ ਆਪਣੇ ਸੰਦੇਸ਼ ਪਹੁੰਚਾਈਏ, ਇਸ ਗੁਰੂ ਇਤਿਹਾਸ ਨੂੰ ਪਹੁੰਚਾਈਏ, ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗ ਸਕੇ ਜੋ ਤਸੀਹੇ ਸਹਿ ਕੇ ਗੁਰੂ ਅਰਜਨ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ, ਉਹ ਕੌਮ ਨੂੰ, ਸੰਸਾਰ ਨੂੰ ਇੱਕ ਸੁਨਹਿਰੀ ਸੁਨੇਹਾ ਸਾਨੂੰ ਦੇ ਕੇ ਗਏ ਨੇ, ਜਿਸ ਕਰਕੇ ਗੁਰੂ ਅਰਜਨ ਪਾਤਸ਼ਾਹ ਦੀ ਤਵੀ ਤੇ ਬੈਠੇ ਉੱਥੇ ਸ਼ਾਂਤਮਈ ਰਹੇ। ਅੱਜ ਸੰਸਾਰ ਦੇ ਅੰਦਰ ਅਗਰ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਉਹਨਾਂ ਦੇ ਸਿਧਾਂਤ ਨੂੰ ਫੈਲਾ ਦੇਵਾਂਗੇ ਤੇ ਸੰਸਾਰ ਦੇ ਅੰਦਰ ਇੱਕ ਸ਼ਾਂਤਮਈ ਵਾਤਾਵਰਣ ਬਣ ਜਾਏਗਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਹਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਇਹ ਸੇਵਾ ਲਾਈ, ਡਿਊਟੀ ਲਾਈ। ਅਸੀਂ ਸਾਰਾ ਕੁਝ ਇਹਨਾਂ ਕੋਲ ਸਿੱਖਿਆ, ਕਿਸੇ ਯੋਗ ਨਹੀਂ। ਪਾਤਸ਼ਾਹ ਕਿਰਪਾ ਕਰਨ, ਮੇਰੀਆਂ ਭੁੱਲਾਂ ਚੁੱਕਾਂ ਖਿਮਾ ਕਰ ਦੇਣਾ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਹੈ ਜੀ ਵੀਰ ਪਰਵਿੰਦਰ ਸਿੰਘ ਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੀਵਨ ਤੇ ਇਤਿਹਾਸ ਬਾਰੇ ਕੁਝ ਵਿਚਾਰਾਂ ਆਪ ਜੀ ਨੇ ਸਾਂਝੀਆਂ ਕੀਤੀਆਂ ਹਨ। ਇਸ ਗੱਲ ਤੋਂ ਕੋਈ ਸ਼ੱਕ ਬਾਕੀ ਨਹੀਂ ਹੈ ਕਿ ਸਿੱਖ ਕੌਮ ਦਾ ਇਤਿਹਾਸ, ਇਹਨਾਂ ਦਾ ਵਿਰਸਾ ਬਹੁਤ ਸੁਨਹਿਰੀ ਹੈ। ਅਲੀਗੜ੍ਹ ਯੂਨੀਵਰਸਿਟੀ ਦਾ ਪ੍ਰੋਫੈਸਰ ਹਬੀਬ ਨੇ ਗੱਲ ਲਿਖੀ ਹੈ ਕਿ ਸਿੱਖਾਂ ਨੇ ਆਪਣਾ ਇਤਿਹਾਸ ਬਣਾਇਆ ਹੈ ਪਰ ਸਾਂਭਿਆ ਨਹੀਂ। ਜਦੋਂ ਹੋਰ ਇਹਦੇ ਵਿਸਥਾਰ ਵਿੱਚ ਜਾਈਏ, ਇਤਿਹਾਸ ਬਣਾਉਣ ਦੀ ਗੱਲ ਕਰੀਏ, ਤੇ ਗੱਲ ਬੜੀ ਉਹਦੀ 16 ਨੇ ਸੱਚ ਸਾਬਤ ਹੁੰਦੀ ਹੈ। ਫਿਰ ਸਵਾਲ ਕੀਤਾ ਵੀ ਇਤਿਹਾਸ ਕਿਵੇਂ ਬਣਾਇਆ? ਕਹਿੰਦਾ ਇਹਨਾਂ ਕੋਲ ਕੋਈ ਰੱਬੀ ਕਲਾਮ ਹੈ ਜਿਹਨੂੰ ਸ਼ਬਦ ਆਖਦੇ ਹਨ, ਤੇ ਇਹਨਾਂ ਕੋਲ ਉਹ ਸ਼ਬਦ ਵਿੱਚ ਰੰਗੀਆਂ ਹੋਈਆਂ ਆਤਮਾ ਹਨ। ਸ਼ਬਦ ਵਿੱਚ ਰੰਗੇ ਹੋਏ ਉਹ ਇਤਿਹਾਸ ਦੇ ਵਰਕੇ ਹਨ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਆਪਣੇ ਆਪ ਨੂੰ ਸਾੜ ਦਿੱਤਾ ਹੈ। ਇਹ ਇਤਿਹਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਤੋਂ ਸ਼ਹਾਦਤ ਦਾ ਇਤਿਹਾਸ ਆਰੰਭ ਕੀਤਾ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਲਈ ਜਾ ਰਹੇ ਹਨ, ਬੜਾ ਕਮਾਲ ਦੇ ਬੋਲ ਕੀਤੇ, ਬੇਟਾ ਕਰੜੇ ਸਮੇਂ ਆ ਰਹੇ ਹਨ, ਬਦੀ ਦੀਆਂ ਤਾਕਤਾਂ ਆਪਣਾ ਮੂੰਹ ਖੋਲ ਕੇ ਮਨੁੱਖ ਦੇ ਮੁੱਢਲੇ ਹੱਕਾਂ ਨੂੰ ਖੋਹਣ ਲਈ ਤਿਆਰ ਬੈਠੀਆਂ ਹੋਈਆਂ ਹਨ। ਗੁਰੂ ਨਾਨਕ ਦਾ ਘਰ ਹਮੇਸ਼ਾ ਸੱਚ, ਪ੍ਰੇਮ, ਅਣਖ, ਆਜ਼ਾਦੀ ਦਾ ਰਾਖਾ ਰਿਹਾ ਹੈ। ਲੋਕਾਂ ਨੂੰ ਬੰਧਨਾਂ ਤੋਂ ਛੁਡਾਉਣਾ ਇਹ ਕਾਰਜ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਰੰਭ ਕੀਤਾ ਹੈ। ਅਸੀਂ ਜਾਂਦੇ ਹਾਂ, ਜਾ ਕੇ ਵੇਲੇ ਦੇ ਹਾਕਮ ਨੂੰ ਸਮਝਾਉਣ ਦਾ ਯਤਨ ਕਰਾਂਗੇ। ਉਹਨਾਂ ਦੀ ਆਤਮਾ ਰਾਜ ਭਾਗ ਦੇ ਨਸ਼ੇ 'ਚ ਮਰ ਚੁੱਕੀ ਹੈ, ਪਰ ਜੇ ਉਹ ਨਾ ਸਮਝੇ ਤਾਂ ਫਿਰ ਤੁਸੀਂ ਸਾਡੀ ਸ਼ਹਾਦਤ ਤੋਂ ਬਾਅਦ 2 ਤਲਵਾਰਾਂ ਪਹਿਨਣੀਆਂ ਹਨ। ਇਸੇ ਕਰਕੇ ਹੀ ਤੁਹਾਡੀ ਅਬਦੁੱਲਾ ਤੇ ਉਹਨਾਂ ਨੇ ਵਾਰਾਂ ਜਿਹੜੀਆਂ ਲਿਖੀਆਂ, ਉਹ 'ਚ ਲਿਖਿਆ 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਵਹਾਂ ਕੋੜਗਰ, ਦਰਵਾਜ਼ਾ ਬਲਖ ਵਖੀਰ ਦੀ, ਨਾਲ ਸਪਾਇ ਨੀਂਦ ਨਾਲ, ਮਰ ਦੁਸ਼ਟਾਂ ਕਰੇ ਤਾਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਸੱਚੇ ਪਾਤਸ਼ਾਹ ਤੇਰੇ ਸਾਹਮਣੇ ਉਸ ਜਹਾਂਗੀਰ ਦੀ ਪੱਗ ਦਾ ਕੀ ਵੈਲਿਊ ਹੈ? ਸੱਚੇ ਤਖਤ ਦੇ ਪਾਤਸ਼ਾਹ, ਸੱਚੇ ਤਖਤ ਦੇ ਸਾਹਮਣੇ ਦੁਨੀਆ ਦੀਆਂ ਬਾਦਸ਼ਾਹੀਆਂ ਦਾ ਕੀ ਵੈਲਿਊ ਹੈ? ਕੋਈ ਕੀਮਤ ਨਹੀਂ ਹੈ। ਇਹ ਸ਼ਹਾਦਤ ਇੱਕ ਮੋੜ ਇਤਿਹਾਸ ਦੇ ਵਿੱਚ ਨਵਾਂ ਆਉਂਦਾ ਹੈ, ਜਿੱਥੇ ਮਨੁੱਖੀ ਹੱਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਲੜਨ ਦਾ ਬੀੜਾ ਸਿਰ ਤੇ ਚੁੱਕਿਆ ਸੀ। ਉੱਥੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਨੂੰ ਦੇ ਕੇ ਸੰਸਾਰ ਨੂੰ ਇੱਕ ਸੁਨੇਹਾ ਦਿੱਤਾ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਇਹ ਗੱਲ ਦੱਸ ਦਿੱਤੀ ਕਿ ਅਸਲ ਵਿੱਚ ਆਜ਼ਾਦ ਉਹ ਵਿਅਕਤੀ ਨਹੀਂ ਹੁੰਦਾ ਜਿਹੜਾ ਵਿਅਕਤੀ ਆਪ ਆਜ਼ਾਦੀ ਦਾ ਨਿੱਘ ਮਾਣਦਾ ਹੋਵੇ। ਅਸਲ ਆਜ਼ਾਦ ਉਹ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਵੀ ਆਜ਼ਾਦੀ ਦਾ ਨਿੱਘ ਮਾਣਨ ਦੀ ਜਾਚ ਸਿਖਾਉਂਦਾ ਹੋਵੇ। ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਵਿਰਸਾ ਹੈ। ਬਹੁਤ ਬਹੁਤ ਧੰਨਵਾਦ ਵੀਰ ਪਰਵਿੰਦਰ ਸਿੰਘ ਜੀ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ, ਇਹ ਨਵੇਂ ਆਏ ਸਾਡੇ ਵੀਰਾਂ ਭੈਣਾਂ ਨਾਲ ਸਾਡੀ ਜਾਣਕਾਰੀ ਕਰਾਉਣ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।